ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ, ਅਗਨ ਕੱਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਸੇਵ ਕਰੋ ਕਰੁਣਾ ਨਿਧ ਕੀਜੇ, ਸ੍ਰੇਵਤ ਚਾਰ ਪਦਾਰਥ ਪਈਐ। ਨਾਮ ਲੀਏ ਜਮ ਤਰਾਸ ਮਿਟੈ ਕਲ, ਕਾਲ ਨਸੈ ਹਰ ਸਰਣ ਸਦਈਐ। ਲੋਕ ਪਰਲੋਕ ਸਭੈ ਸੁਧਰੈ, ਹਰ ਭਗਤ ਪ੍ਰਾਪਤ ਹੋਏ ਧਿਆਈਐ। ਦਾਸ ਗੋਬਿੰਦ ਫਤਿਹ ਸਤ ਗੁਰ ਕੀ, ਐਸੋ ਪ੍ਰਭ ਛੋੜ ਅਵਰ ਕਤ ਜਈਐ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹਿ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਨਾਵਾ, ਤਿਹ ਜੋਗੀ ਕੋ ਜੁਗਤ ਨ ਜਾਨੋ। ਲੋਭ ਮੋਹ ਮਾਇਆ ਮਮਤਾ ਫੁਨ, ਜਿਹ ਘਟ ਮਹਿ ਪਛਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੀ ਬੇਅੰਤ ਅਪਾਰ ਕਿਰਪਾ ਦੇ ਸਦਕਾ ਆਪ ਸਰਬੱਤ ਸੰਗਤਾਂ ਹਜੂਰ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਨਿਹਾਲ ਹੋ ਰਹੇ ਹੋ। ਜਿਸ ਤਰ੍ਹਾਂ ਬਚਨ ਆਉਂਦੇ ਹਨ, ਵਾਸੀ ਸਭ ਸ੍ਰੀ ਖਾਲਸਾ, ਪੁਰ ਆਨੰਦ ਸਿਰਮੌਰ। ਦਇਆ ਸਿੰਧ ਸ੍ਰੀ ਸਤਿਗੁਰੂ, ਬਸਤ ਸਦਾ ਜਿਹ ਠੌਰ। ਸਰਬੱਤ ਖਾਲਸਾ ਜੋ ਮਹਾਰਾਜ ਜੀਆਂ ਦੀ ਸਿਰਮੌਰ ਨਗਰੀ ਆਨੰਦਪੁਰ ਸਾਹਿਬ ਜੀਆਂ ਦਾ ਵਾਸੀ ਹੈ, ਤੇ ਦਇਆ ਦੇ ਸਮੁੰਦਰ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਹਜੂਰ ਜਿੱਥੇ ਸਦਾ ਖਾਲਸੇ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਮਹਾਰਾਜ ਜੀ ਖਾਲਸੇ ਤੇ ਬੇਅੰਤ ਪ੍ਰਸੰਨ ਹੁੰਦੇ ਹਨ। ਅੱਜ ਜਿਸ ਤਰ੍ਹਾਂ ਸਾਧ ਸੰਗਤ ਜੀ ਬਚਨ ਆਉਂਦੇ ਹਨ, ਔਰਨ ਕੀ ਆਰਤੀ ਸੋ ਆਰਤਾ ਕਾਲਜੂ ਕੋ। ਔਰਨ ਕੀ ਬੋਲੀ ਦੀਨ ਬੰਦ ਕੋ ਸੋ ਬੋਲਾ ਹੈ।
ਦੇਵੀ ਦੇਵ ਸਿੰਧਨ ਕੀ ਲੋਕਣ ਮੈਂ ਮਸ਼ਹੂਰ ਹੋਲੀ। ਪਰ ਗੁਰੂ ਗੋਬਿੰਦ ਸਿੰਘ ਜੀ ਕੋ ਆਜ ਹੋਲਾ ਹੈ। ਅੱਜ ਸਾਧ ਸੰਗਤ ਜੀ ਭਾਰਤ ਵਰਸ ਦੀ ਧਰਤੀ ਤੇ ਮਹਾਰਾਜ ਜੀਆਂ ਦੀ ਪਾਵਨ ਨਗਰੀ ਸ੍ਰੀ ਅਨੰਦਪੁਰ ਸਾਹਿਬ, ਜਿਸ ਜਗ੍ਹਾ ਤੇ ਸਾਧ ਸੰਗਤ ਜੀ ਕਿਸੇ ਸੈਮ ਹੋਲਗੜ੍ਹ, ਜੋ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਅਸਥਾਨ ਹੈ, ਮਹਾਰਾਜ ਜੀਆਂ ਦੀਆਂ ਲਾਡਲੀਆਂ ਫੌਜਾਂ ਵੱਲੋਂ ਅੱਜ ਵੀ ਸਾਧ ਸੰਗਤ ਜੀ ਬੜੇ ਹੀ ਪ੍ਰੇਮ ਦੇ ਨਾਲ ਹੋਲੇ ਮਹੱਲੇ ਕੱਢੇ ਜਾਣਗੇ। ਸਾਧ ਸੰਗਤ ਜੀ ਜਿਸ ਤਰ੍ਹਾਂ ਇਸ ਦਾ ਪਿਛੋਕੜ ਆਉਂਦਾ ਹੈ, ਜਿਸ ਤਰ੍ਹਾਂ ਸਨਾਤਨ ਧਰਮ ਵਿੱਚ ਹੋਲੀ ਮਨਾਈ ਜਾਂਦੀ ਹੈ, ਉਹ ਆਪਣੇ ਇੱਥੇ ਅੱਜ ਹੈ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਸੀ, ਆਪ ਉਹ ਸਭ ਸਾਖੀ ਜਾਣਦੇ ਹੋ। ਜਿਸ ਤਰ੍ਹਾਂ ਹਰਨਾਕਸ਼ ਦੀ ਭੈਣ ਹੋਲਿਕਾ, ਜਿਸ ਦਾ ਨਾਮ ਆਉਂਦਾ ਹੈ, ਜਿਸ ਸਮੇਂ ਉਸਨੇ ਆਖਿਆ ਸੀ ਕਿ ਮੈਨੂੰ ਸੂਰਜ ਭਾਵ ਅਗਨ ਦੇਵਤਾ ਦਾ ਵਰ ਹੈ ਕਿ ਇਹਨੇ ਮੈਨੂੰ ਕੰਬਲੀ ਇੱਕ ਦਿੱਤੀ ਹੈ ਕਿ ਜਦੋਂ ਉਹ ਕੰਬਲੀ ਓਢ ਲਵਾਂ ਤਾਂ ਅਗਨੀ ਵਿੱਚ ਵੀ ਬੈਠ ਜਾਵਾਂ, ਅੱਗ ਮੈਨੂੰ ਸਾੜ ਨਹੀਂ ਸਕਦੀ। ਮੈਂ ਭਗਤ ਪ੍ਰਹਿਲਾਦ ਜੀਆਂ ਨੂੰ ਅੱਗ ਵਿੱਚ ਲੈ ਕੇ ਬੈਠ ਜਾਵਾਂਗੀ, ਮੈਂ ਬਚ ਜਾਵਾਂਗੀ ਤੇ ਉਹ ਸੜ ਜਾਣਗੇ। ਜਿਸ ਸਮੇਂ ਸਾਧ ਸੰਗਤ ਜੀ ਇਸ ਤੋਂ ਉਲਟ ਹੋਇਆ, ਜਿਸ ਸਮੇਂ ਅਗਨੀ ਵਿੱਚ ਬੈਠੀ ਉਹ ਕੰਬਲੀ ਭਗਤ ਜੀਆਂ ਤੇ ਪੈ ਗਈ ਤੇ ਹੋਲਕਾ ਅੱਗ ਵਿੱਚ ਸੜ ਕੇ ਸਵਾਹ ਹੋ ਗਈ। ਕਿੱਥੇ ਸਾਧ ਸੰਗਤ ਜੀ ਇੱਕ ਬੰਨੇ ਅਗਨੀ ਦੇਵਤੇ ਦਾ ਵਰ ਹੈ, ਦੂਸਰੀ ਸਾਈਡ ਆਪ ਅਕਾਲ ਪੁਰਖ ਵਾਹਿਗੁਰੂ, ਜਿਸ ਦੇ ਪੱਖ ਵਿੱਚ ਭਗਵਾਨ ਹੀ ਖੜ ਗਏ ਹਨ ਭਗਤ ਪ੍ਰਹਿਲਾਦ ਜੀਆਂ ਦੇ। ਉਸ ਸਬੰਧ ਵਿੱਚ ਸਾਧ ਸੰਗਤ ਜੀ ਅੱਜ ਭਾਰਤ ਵਰਸ ਦੀ ਧਰਤੀ ਤੇ ਹੋਲੀ ਮਨਾਈ ਜਾਂਦੀ ਹੈ। ਇਹ ਭਾਰਤ ਦੀ ਧਰਤੀ ਜੋ ਸਾਧ ਸੰਗਤ ਜੀ ਤਿਉਹਾਰਾਂ ਦਾ ਦੇਸ਼ ਜਿਸ ਤਰ੍ਹਾਂ ਮੰਨਿਆ ਜਾਂਦਾ ਹੈ ਭਾਰਤ, ਜਿਸ ਸਮੇਂ ਇਸ ਵਿੱਚ ਬੇਅੰਤ ਤਿਉਹਾਰ ਮਨਾਏ ਜਾਂਦੇ ਹਨ, ਪਰ ਬਾਜਾਂ ਵਾਲੇ ਪਿਤਾ ਜੀਆਂ ਨੇ ਸਾਧ ਸੰਗਤ ਜੀ ਇਹਨਾਂ ਤਿਉਹਾਰਾਂ ਨੂੰ ਨਵੀਂ ਰੰਗਤ ਚਾੜ ਦਿੱਤੀ ਹੈ। ਜਿਸ ਤਰ੍ਹਾਂ ਹੋਲੀ ਵਾਲੇ ਦਿਨ ਲੋਕ ਜੂਆ ਖੇਡਿਆ ਕਰਦੇ ਸੀ, ਲੋਕ ਬੜੇ ਹੋਰ ਤਰ੍ਹਾਂ ਦੇ ਮਨ ਮਤਾ ਕਰਦੇ ਸਨ, ਇੱਕ ਦੂਜੇ ਨੂੰ ਪੁੱਠਾ ਬੋਲਦੇ ਸੀ। ਮਹਾਰਾਜ ਜੀਆਂ ਨੇ ਉਸ ਸਮੇਂ ਫਰਮਾਇਆ ਸੀ, ਪਰ ਗੁਰੂ ਗੋਬਿੰਦ ਸਿੰਘ ਜੂ ਕੋ ਆਜ ਹੋਲਾ ਹੈ। ਮਹਾਰਾਜ ਜੀਆਂ ਨੇ ਕਿਹਾ ਸਾਡਾ ਖਾਲਸਾ ਹੋਲੀ ਨਹੀਂ ਹੋਲਾ ਮਨਾਏਗਾ। ਇਸ ਜੋ ਖਾਲਸਾ ਜੀ ਤਿਉਹਾਰ ਵਿੱਚ ਮਰਦ ਗਮੜੇ ਸਤਿਗੁਰਾਂ ਨੇ ਜਾਨ ਭਰ ਦਿੱਤੀ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਤੇ ਬੇਅੰਤ ਮਹਾਰਾਜ ਜੀਆਂ ਦੀਆਂ ਗੁਰਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਕਈ ਚਿਰ ਪਹਿਲਾਂ ਤੋਂ ਹੀ ਭਾਵ ਬੜੇ ਮਹਾਨ ਦੀਵਾਨ ਸਜਦੇ ਨੇ। ਉਹ ਸਾਧ ਸੰਗਤ ਜੀ ਕੱਲ ਨੂੰ ਹੋਲੇ ਮਹੱਲੇ ਵਾਲੇ ਦਿਨ ਆਪਾਂ ਜਿਸ ਤਰ੍ਹਾਂ ਹਜੂਰ ਕਿਰਪਾ ਕਰਨਗੇ, ਆਪਾਂ ਹਜੂਰ ਦੇ ਦਰਬਾਰ ਵਿੱਚ ਪਹੁੰਚ ਕੇ ਹਜੂਰ ਦੇ ਭਾਵ ਚਰਨਾਂ ਕਮਲਾਂ ਦਾ ਸਪਰਸ਼ ਕਰਾਂਗੇ, ਨਾਲ ਹਜੂਰ ਦੇ ਖਾਲਸੇ ਦੇ ਦਰਸ਼ਨ ਕਰਾਂਗੇ। ਕਿਸ ਤਰ੍ਹਾਂ ਖਾਲਸਾ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਤੇ ਅੱਜ ਵੀ ਹੋਲਾ ਚੜ੍ਹਦਾ ਹੈ, ਮਹੱਲੇ ਕੱਢਦਾ ਹੈ ਖਾਲਸਾ, ਅਤੇ ਮਹਾਰਾਜ ਜੀ ਕਿਸ ਤਰ੍ਹਾਂ ਗੁਰਸਿੱਖਾਂ ਨੂੰ ਪਰਖਿਆ ਕਰਦੇ ਸੀ। ਆਪ ਹਜੂਰ ਸਾਧ ਸੰਗਤ ਜੀ ਸੰਗਤਾਂ ਦੇ ਵਿੱਚ ਭਾਵ ਗੁਰਸਿੱਖਾਂ ਦੇ ਵਿੱਚ ਸ਼ਸਤਰ ਵਿਦਿਆ ਹਜੂਰ ਆਪ ਵੀ ਖੇਡਿਆ ਕਰਦੇ ਸੀ। ਮਹਾਰਾਜ ਜੀਆਂ ਦਾ ਉਹ ਕੱਲ ਨੂੰ ਆਪਾਂ ਇਤਿਹਾਸ ਸਰਵਣ ਕਰਾਂਗੇ। ਸਾਧ ਸੰਗਤ ਜੀ ਹਜੂਰ ਨੇ ਜਿਸ ਤਰ੍ਹਾਂ ਅੱਜ ਦੇ ਦਿਨ ਹੋਲੇ ਮਹੱਲੇ ਵਾਲੇ ਦਿਨ ਹਜੂਰ ਸ਼ਸਤਰ ਵਿਦਿਆ ਖਾਲਸੇ ਨੂੰ ਬਖਸ਼ੀ ਹੈ, ਪਰ ਸਾਧ ਸੰਗਤ ਜੀ ਅੱਜ ਕਿਹਾ ਜਾਂਦਾ ਹੈ ਕਿ ਡੈਮੋਕ੍ਰੇਟਿਕ ਕੰਟਰੀਆਂ ਹਨ, ਇਹ ਜੋ ਸ਼ਸਤਰ ਹਨ ਇਹ ਭਾਵ ਅਸ਼ਾਂਤੀ ਫੈਲਾਉਂਦੇ ਨੇ, ਦੇਸ਼ ਦੀ ਖੰਡਤਾ ਭਾਵ ਕਰਦੇ ਨੇ, ਭਾਵ ਇਹ ਸ਼ਾਂਤੀ ਨਹੀਂ ਪ੍ਰਗਟ ਹੋਣ ਦਿੰਦੇ, ਕਿਉਂਕਿ ਐਸੇ ਦੇਸ਼ਾਂ ਦੇ ਵਿੱਚ ਕਹਿੰਦੇ ਹਨ ਡੈਮੋਕ੍ਰੇਟਿਕ ਕੰਟਰੀਆਂ ਹਨ, ਭਾਵ ਇਹਨਾਂ ਵਿੱਚ ਸ਼ਸਤਰ ਦੀ ਕੀ ਲੋੜ ਹੈ। ਪਰ ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਸਾਨੂੰ ਸ਼ਸਤਰ ਬਖਸ਼ੇ ਹਨ। ਹਜੂਰ ਫਰਮਾਉਂਦੇ ਹਨ ਬਿਨਾਂ ਸ਼ਸਤਰ ਕੇਸੰ ਦੇਉ ਨਾ ਦਿਦਾਰੇ। ਜਿਸ ਸਮੇਂ ਭਾਰਤ ਵੰਸ਼ ਦੀ ਧਰਤੀ ਦੇ ਲੋਕ ਕਿਹਾ ਕਰਦੇ ਸੀ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਨਾ ਕਬਹੂ ਪਕੜੀ, ਚਿੜੀ ਉੱਡੈ ਡਰ ਸੋਏ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ।
ਭਾਵ ਬੁਝਦਲ ਹੋ ਗਏ ਸੀ। ਜੋ ਸਾਧ ਸੰਗਤ ਜੀ ਆਪਣੀ ਘਰ ਵਾਲੀਆਂ ਤਿੱਕਰ ਦੀ ਜੋ ਬੇਪੱਤੀ ਹੁੰਦੀ ਅੱਖਾਂ ਦੇ ਸਾਹਮਣੇ ਵੇਖ ਕੇ ਅੱਖਾਂ ਨੀਵੀਆਂ ਕਰ ਲਿਆ ਕਰਦੇ ਸਨ। ਐਸਾ ਸਾਧ ਸੰਗਤ ਜੀ ਜੋ ਜੁਰਵਾਣੇ ਜ਼ੁਲਮ ਕਰਿਆ ਕਰਦੇ ਸੀ। ਹਜੂਰ ਨੇ ਸ਼ਸਤਰ ਪਕੜਾ ਕੇ ਕਿਹਾ ਸੀ, 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਅੱਜ ਉਹਨਾਂ ਹੀ ਡੈਮੋਕ੍ਰੇਟਿਕ ਕੰਟਰੀਆਂ ਵਿੱਚ ਕਿਹਾ ਜਾਂਦਾ ਹੈ ਕਿ ਗੁਰਸਿੱਖ ਨੂੰ ਸ਼ਸਤਰ ਨਹੀਂ ਪਾਉਣੇ ਚਾਹੀਦੇ, ਭਾਵ ਕਿ ਹੋਰ ਸਭ ਨੂੰ ਆਪਣੇ ਧਰਮ ਦੇ ਅਨੁਸਾਰ ਚੱਲਣ ਦੀ ਇਜਾਜ਼ਤ ਹੈ, ਪਰ ਜੋ ਗੁਰਸਿੱਖ ਹੈ ਉਸ ਦੇ ਭਾਵ ਜਿਸ ਸਮੇਂ ਧਰਮ ਤੇ ਸ਼ਸਤਰ ਪਹਿਨਣ ਦੀ ਗੱਲ ਆਉਂਦੀ ਹੈ ਤਾਂ ਸਾਧ ਸੰਗਤ ਜੀ ਕਹਿੰਦੇ ਨੇ ਇਹ ਸ਼ਾਂਤੀ ਫੈਲਾਉਂਦੇ ਨੇ, ਪਰ ਬਾਝਾਂ ਵਾਲੇ ਪਿਤਾ ਜੀ ਦੱਸਦੇ ਹਨ ਕਿ ਬੰਦੂਕ ਦੀ ਗੋਲੀ ਵਿੱਚੋਂ ਜਿਹੜੀ ਸ਼ਾਂਤੀ ਨਿਕਲਦੀ ਹੈ ਉਹ ਸਦਾ ਥਿਰ ਰਹਿੰਦੀ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਕਈਆਂ ਦੇ ਮਨ ਦੇ ਪ੍ਰਸ਼ਨ ਹੁੰਦੇ ਹਨ ਕਿ ਜੇ ਗੱਲਬਾਤ ਕਰਨ ਨਾਲ ਭਾਵ ਸਰ ਜਾਏ ਤਾਂ ਕਿਉਂ ਸ਼ਸਤਰ ਚੁੱਕਣੇ। ਹਜੂਰ ਨੇ ਤਾਂ ਜੇ ਇਤਿਹਾਸ ਪੜ੍ਹੀਏ ਇਹੀ ਹੀ ਦੱਸਿਆ ਹੈ ਕਿ ਗੁਰਸਿੱਖ ਕਦੇ ਵੀ ਨਹੀਂ ਚਾਹੁੰਦਾ ਕਿ ਇਹ ਮਨੁੱਖਾ ਖੂਨ ਡੋਲਿਆ ਜਾਵੇ, ਜੰਗ ਕੀਤੀ ਜਾਵੇ। ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਨਰੰਗੇ ਨੇ 10 ਲੱਖ ਦੀ ਸੈਨਾ ਹਜੂਰ ਤੇ ਚੜਾ ਦਿੱਤੀ ਸੀ। ਉਹ ਕੋਈ ਗੱਲ ਕਰਨ ਵਾਸਤੇ ਥੋੜੀ ਨਾ ਆਈ ਸੀ, ਉਹ ਤਾਂ ਸਾਧ ਸੰਗਤ ਜੀ ਸਿੱਧਾ ਹੀ ਜਿਸ ਸਮੇਂ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਜਿੰਦਾ ਜਾਂ ਭਾਵ ਕਹਿੰਦੇ ਸੀ ਕਿ ਅਸੀਂ ਉਹਦਾ ਨਾਲ ਪਕੜ ਕੇ ਲੈ ਜਾਵਾਂਗੇ, ਤਾਂ ਸਾਧ ਸੰਗਤ ਜੀ ਜੇ ਕਮਜ਼ੋਰ ਹੁੰਦੇ ਅੱਗੋਂ ਭਾਵ ਜੇ ਹਜੂਰ ਦੇਖਦੇ ਕਿ ਇਹ ਚੜ ਕੇ ਆਏ ਨੇ, ਹਜੂਰ ਦੇ ਪਾਸ 40 ਸਿੰਘ ਸੀ। ਜਿਸ ਸਮੇਂ ਹਜੂਰ ਰੋਪੜ ਦੀ ਧਰਤੀ ਤੋਂ ਲੰਘ ਰਹੇ ਸੀ, ਹਜੂਰ ਸਾਧ ਸੰਗਤ ਜੀ ਜੰਗਲ ਦੇਸ਼ ਵੱਲ ਵੀ ਜਾ ਸਕਦੇ ਸੀ। ਹਜੂਰ ਨੂੰ ਪਹਿਲਾਂ ਹੀ ਖਬਰ ਮਿਲ ਗਈ ਸੀ ਕਿ 10 ਲੱਖ ਸੈਨਾ ਅੱਗੋਂ ਆ ਰਹੀ ਹੈ ਤੇ ਪਿੱਛੋਂ ਜਿਹੜੀ ਬੇਅੰਤ ਸੈਨਾ ਇਧਰੋਂ ਪਹਾੜੀਆਂ ਦੀ ਜੋ ਪਿੱਛੋਂ ਹੋਰ ਆ ਰਹੀ ਹੈ। ਹਜੂਰ ਸਾਧ ਸੰਗਤ ਜੀ ਦੇਖਿਆ, ਹਜੂਰ ਨੇ ਦੇਖਿਆ ਸੀ ਜੇ ਚੜ ਕੇ ਆਏ ਨੇ ਤਾਂ ਸ਼ਸਤਰ ਦਾ ਜਵਾਬ ਅਸੀਂ ਸ਼ਸਤਰ ਨਾਲ ਦੇਵਾਂਗੇ, ਜੇ ਬੁਝਦਲ ਹੁੰਦੇ ਤਾਂ ਸਾਧ ਸੰਗਤ ਜੀ ਕਿਰਪਾਨ ਸੱਟ ਕੇ ਭੱਜ ਜਾਂਦੇ। ਇਹ ਮਹਾਰਾਜ ਜੀਆਂ ਨੇ ਖਾਲਸੇ ਨੂੰ ਬਖਸ਼ਿਸ਼ਾਂ ਕੀਤੀਆਂ ਨੇ। ਜਿਸ ਸਮੇਂ ਸਾਧ ਸੰਗਤ ਜੀ ਮੇਦਨੀ ਪ੍ਰਕਾਸ਼ ਵਾਹਿਗੁਰੂ ਰਾਜੇ ਨੇ ਹਜੂਰ ਨੂੰ ਪਾਉਂਟਾ ਸਾਹਿਬ ਦੀ ਧਰਤੀ ਤੇ ਸੱਦਿਆ ਸੀ। ਜਿਸ ਸਮੇਂ ਭੀਮ ਚੰਦ ਨੇ ਉੱਥੋਂ ਲੰਘਣਾ ਸੀ, ਭੀਮ ਚੰਦ ਨੇ ਪਹਿਲਾਂ ਹੀ ਚਿੱਠੀ ਲਿਖ ਕੇ ਭੇਜਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੂੰ, ਜੇ ਭਲੀ ਚਾਹੁੰਦੇ ਹੋ ਤਾਂ ਸਾਡੇ ਰਸਤੇ ਵਿੱਚੋਂ ਪਾਸੇ ਹੋ ਜਾਵੋ, ਨਹੀਂ ਤਾਂ ਤੁਹਾਡੀਆਂ ਸਾਰੀ ਸੈਨਾ ਨੂੰ ਲੁੱਟ ਕੇ ਅਸੀਂ ਪਾਰ ਹੋ ਜਾਵਾਂਗੇ। ਤਾਂ ਉਸ ਸਮੇਂ ਸਾਧ ਸੰਗਤ ਜੀ ਚਿੱਠੀ ਦਾ ਜਵਾਬ ਹਜੂਰ ਨੇ ਚਿੱਠੀ ਵਿੱਚ ਦਿੱਤਾ ਸੀ। ਹਜੂਰ ਨੇ ਲਿਖ ਕੇ ਭੇਜਿਆ ਸੀ, ਭੀਮ ਚੰਦ ਤੇਰੀ ਸੈਨਾ ਦਾ ਆਓ ਭਗਤ ਕਰਨ ਵਾਸਤੇ ਸਾਡੇ ਸੂਰਬੀਰ ਯੋਧੇ ਤਿਆਰ ਨੇ, ਜਿਹੜੀਆਂ ਇਹਨਾਂ ਦੀਆਂ ਕਿਰਪਾਨਾਂ ਚੱਲਣਗੀਆਂ। ਹਜੂਰ ਕਹਿੰਦੇ ਨੇ ਉਹ ਜਲੇਬੀਆਂ ਪਰੋਸ ਦਾਂਗੇ, ਜਿਹੜੀਆਂ ਸੂਰਮਿਆਂ ਦੀਆਂ ਢਾਲਾਂ ਹੋਣਗੀਆਂ। ਹਜੂਰ ਕਹਿੰਦੇ ਸੀ ਉਹ ਥਾਲ ਹੋਣਗੇ। ਮਹਾਰਾਜ ਜੀਆਂ ਨੇ ਕਿਹਾ ਸੀ ਜਿਹੜੇ ਸਾਡੇ ਧਨੁੱਖ ਤੋਂ ਖਪਰੇ ਤੀਰ ਚੱਲਣਗੇ ਇਹ ਘੇਵਰ ਹੋਏਗੀ, ਘਿਓ ਵਾਲੀ ਮਠਿਆਈ ਵਰਤਾ ਦੇਵਾਂਗੇ। ਤਾਂ ਭੀਮ ਚੰਦ ਐਸੀ ਪੱਤਰ ਦੇਖ ਕੇ ਡਰ ਗਿਆ ਸੀ, ਹਿਆ ਨਾ ਸੀ ਪਿਆ ਉਹਦਾ ਅੱਗੇ ਜਾਣ ਦਾ, ਕਿਉਂਕਿ ਸਾਧ ਸੰਗਤ ਜੀ ਮਰਦ ਅਗੰਮੜੇ ਸਤਿਗੁਰਾਂ ਨੇ ਇਹ ਜੋ ਸਾਨੂੰ ਖਾਲਸੇ ਦੀ ਪੈਦਾ ਹੀ ਖੰਡੇ ਦੀ ਧਾਰ ਤੋਂ ਕੀਤੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜਿੱਥੇ ਅੰਤਰੀਵ ਰੰਗ ਜ਼ਿੰਦਗੀ ਵਿੱਚ ਭਰਨ ਦੀ ਸਿੱਖਿਆ ਦਿੱਤੀ ਹੈ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਖੰਡੇ ਦੀ ਧਾਰ ਤੇ ਇਸ ਖਾਲਸੇ ਨੂੰ ਸੰਪੂਰਨ ਕੀਤਾ ਹੈ, ਪ੍ਰਗਟ ਕੀਤਾ ਹੈ ਬਾਜਾਂ ਵਾਲੇ ਪਿਤਾ ਜੀਆਂ ਨੇ। ਜਿਸ ਤਰ੍ਹਾਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਕਮਲੋਟ ਨਗਰ ਤੋਂ ਜਿਸ ਸਮੇਂ ਸਾਧ ਸੰਗਤ ਜੀ ਗੁਰਸਿੱਖ ਸੰਗਤਾਂ ਜਿਸ ਤਰ੍ਹਾਂ ਟੋਲੀਆਂ ਬਣਾ ਕੇ ਪੁਰਾਣੇ ਸਮੇਂ ਵਿੱਚ ਆਉਂਦੀਆਂ ਹਨ, ਢੋਲਕੀਆਂ ਛੈਣੇ ਖੜਕਾ ਕੇ ਆਉਂਦੀਆਂ ਸਨ, ਭਜਨ ਗਾਉਂਦੀਆਂ ਆਉਂਦੀਆਂ ਸਨ, ਤਾਂ ਰਸਤੇ ਦੇ ਵਿੱਚ ਜੋ ਇਹ ਗੁੱਜਰ ਤੇ ਰੰਗੜ ਸੀ ਇਹਨਾਂ ਨੇ ਸਾਧ ਸੰਗਤ ਜੀ ਗੁਰਸਿੱਖ ਸੰਗਤਾਂ ਨੂੰ ਲੁੱਟਿਆ ਤੇ 5 ਸਿੱਖਾਂ ਦੇ ਸੀਸ ਵੱਢ ਕੇ ਆਪਣੇ ਜੋ ਸਾਧ ਸੰਗਤ ਜੀ ਨਗਰ ਦੇ ਗੇਟ ਤੇ ਟੰਗ ਦਿੱਤੇ ਤੇ ਚਿੱਠੀ ਲਿਖ ਕੇ ਹਜੂਰ ਨੂੰ ਨਾਲ ਭੇਜ ਦਿੱਤਾ ਸੀ ਸੰਗਤਾਂ ਨੂੰ ਕਹਿ ਕੇ ਜੇ ਮਹਾਰਾਜ ਕੁਛ ਹੈ ਗੁਰੂ ਹਨ ਤਾਂ ਆ ਕੇ ਇਹਨਾਂ ਸਿੱਖਾਂ ਦੇ ਸੀਸ ਲੈ ਜਾਣ। ਸ਼ਾਮ ਪਈ ਸੀ, ਇਤਿਹਾਸ ਜ਼ਿਕਰ ਕਰਦਾ ਹੈ ਹਜੂਰ ਨੇ ਉਸੇ ਪੈਰ ਹੀ ਚੜ੍ਹਾਈ ਕਰ ਦਿੱਤੀ ਸੀ। ਜਿਸ ਸਮੇਂ ਹਜੂਰ ਕਮਲੋਟ ਨਗਰ ਦੇ ਬਾਹਰ ਪਹੁੰਚੇ ਸੀ, ਅੰਮ੍ਰਿਤ ਵੇਲਾ ਹੋਇਆ ਸੀ, ਹਜੂਰ ਨੇ ਆਖਿਆ ਸੀ ਆਵਾਜ਼ ਦੇ ਕੇ ਭਾਵ ਜੇ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਤਾਂ ਇੱਥੇ ਸ਼ਰਨ ਵਿੱਚ ਆ ਜਾਵੇ, ਨਹੀਂ ਤਾਂ ਸਾਰਾ ਨਗਰ ਹੀ ਢਹਿ ਢੇਰੀ ਕਰ ਦਿੱਤਾ ਜਾਵੇਗਾ। ਹਜੂਰ ਨੇ ਸਾਧ ਸੰਗਤ ਜੀ ਉਹ ਹਜੂਰ ਦੀਆਂ ਫੌਜਾਂ ਨੇ ਉਹ ਨਗਰ ਤੈਸ਼ ਨੈਸ਼ ਕਰ ਦਿੱਤਾ। ਉਸ ਤੋਂ ਉਪਰੰਤ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਹਜੂਰ ਨੇ ਫਿਰ ਹੁਕਮਨਾਮੇ ਜਾਰੀ ਕੀਤੇ ਸੀ,
ਜਿਸ ਸਮੇਂ ਹਜ਼ੂਰ ਮੁਖ ਤੋਂ ਕੋਈ ਬਚਨ ਲਾਇਆ ਕਰਦੇ ਸੀ, ਸੰਗਤਾਂ ਸਾਧ ਸੰਗਤ ਜੀ ਪ੍ਰੇਮ ਵਾਲੇ ਗੁਰਸਿੱਖ ਉਹ ਲਿਖ ਲਿਆ ਕਰਦੇ ਸੀ, ਜੋ ਅੱਜ ਆਪਣੇ ਕੋਲ ਰਹਿਤਨਾਮੇ ਮੌਜੂਦ ਨੇ। ਹਜ਼ੂਰ ਨੇ ਆਖਿਆ ਸੀ, ਜਿਸ ਸਮੇਂ ਤੁਸੀਂ ਟੋਲੀਆਂ ਦੇ ਵਿੱਚ ਢੋਲਕੀਆਂ ਛੈਣੇ ਲੈ ਕੇ ਆਉਂਦੇ ਹੋ, ਨਾਲ ਆਪਣੇ ਕਮਰ ਕੱਸੇ ਵਿੱਚ ਸ਼ਸਤਰ ਸੋਹਣੇ ਤੋਂ ਸੋਹਣੇ ਖਾਲਸਾ ਸਜਾ ਕੇ ਆਵੇਗਾ, ਕਿਉਂਕਿ ਭੇਡ ਤੇ ਬੱਕਰੀ ਕਿਸੇ ਨੂੰ ਮਦਦ ਵਾਸਤੇ ਪੁਕਾਰਦੇ ਨੇ, ਸ਼ੇਰ ਕਦੇ ਕਿਸੇ ਨੂੰ ਮਦਦ ਵਾਸਤੇ ਨਹੀਂ ਪੁਕਾਰਦਾ। ਆਪਣੇ ਆਪ ਵਿੱਚ ਭੇਡ ਤੇ ਬੱਕਰੀ ਪੁਣਾ ਛੱਡ ਕੇ ਹਜ਼ੂਰ ਨੇ ਕਿਹਾ ਸੀ, ਸ਼ੇਰ ਬਣੋ। ਕਿਉਂਕਿ ਸਾਧ ਸੰਗਤ ਜੀ, ਜੇ ਕੱਲਾ ਸਿਪਾਹੀ ਹੋਵੇ, ਨਾਮ ਨਾ ਜਪੇ, ਤਾਂ ਉਹ ਜਰਵਾਣਾ ਬਣ ਜਾਂਦਾ ਹੈ। ਜੇ ਸੰਤ ਹੀ ਕੱਲਾ ਰਵੇ ਤਾਂ ਦੁਨੀਆ ਉਸ ਨੂੰ ਲੁੱਟ ਕੇ ਖਾ ਜਾਂਦੀ ਹੈ। ਆਪ ਵੀ ਸਾਧ ਸੰਗਤ ਜੀ ਕਿਸੇ ਦੀ ਇੱਜ਼ਤ ਬਚਾਉਣ ਨੂੰ ਵੀ ਨਹੀਂ ਰਹਿੰਦਾ। ਹਜ਼ੂਰ ਨੇ ਸੰਤ ਸਿਪਾਹੀ ਜੋ ਖਾਲਸੇ ਨੂੰ ਜੋ ਬਾਣਾ ਬਖਸ਼ਿਆ ਹੈ, ਹਜ਼ੂਰ ਨੇ ਸ਼ਸਤਰ ਬਖਸ਼ੇ ਹਨ। ਇਹ ਖਾਲਸੇ ਦੀ ਖਾਲਸਾ ਜੀ ਪਰਿਭਾਸ਼ਾ ਹੈ, ਦੇਖ ਕੇ ਹੀ ਪਤਾ ਲੱਗਦਾ ਹੈ। ਸਾਬਤ ਸੂਰਤ ਕੇਸਾ ਧਾਰੀ ਤੇ ਸ਼ਸਤਰ ਪਾਇਆ, ਦੂਰੋਂ ਹੀ ਕਹਿੰਦੇ ਨੇ ਬਾਜਾਂ ਵਾਲੇ ਦਾ ਸਿੰਘ ਜਾ ਰਿਹਾ ਹੈ। ਮਹਾਰਾਜ ਜੀਆਂ ਨੇ ਐਸਾ ਖਾਲਸਾ ਪੰਥ ਪ੍ਰਗਟ ਕੀਤਾ ਹੈ। ਤੇ ਸਾਧ ਸੰਗਤ ਜੀ, ਜੇ ਅੱਜ ਆਪਣੀ ਹਾਲਤ ਵੇਖੀਏ, ਬਾਣੀ ਉਦਾਂ ਵਿਸਰ ਗਈ ਹੈ। ਬਾਣਾ ਪਾਉਣਾ ਸ਼ਰਮ ਸਮਝਦੇ ਆ, ਸ਼ਸਤਰ ਵਿਦਿਆ ਦਾ ਪਤਾ ਹੀ ਨਹੀਂ ਇਹ ਹੁੰਦੀ ਕੀ ਏ। ਤਾਂ ਸਾਧ ਸੰਗਤ ਜੀ, ਏਦਾਂ ਖਾਲਸੇ ਨਹੀਂ ਬਣਿਆ ਜਾਏਗਾ। ਕਹਾਉਣ ਨੂੰ ਤਾਂ ਕਹਿੰਦੇ ਆ ਕਿ ਬਾਜਾਂ ਵਾਲੇ ਦੇ ਸਿੱਖ ਹਾਂ। ਜਿਸ ਸਮੇਂ ਸਾਧ ਸੰਗਤ ਜੀ ਇੱਕ ਪਾਠ ਕਰੀਏ ਤੇ ਦੂਜੇ ਪਾਠ ਕਰਨ ਦੀ ਮਨ ਵਿੱਚ ਚਾਹਨਾ ਉੱਠੇ, ਮਨ ਦੇ ਵਿੱਚ ਪ੍ਰੇਮ ਉੱਠੇ, ਤਾਂ ਸਾਧ ਸੰਗਤ ਜੀ ਬਾਣਾ ਪਾ ਕੇ ਹਜ਼ੂਰ ਦਾ ਮਾਣ ਮਹਿਸੂਸ ਕਰੀਏ। ਤਾਂ ਸਾਧ ਸੰਗਤ ਜੀ, ਜੇ ਕਿਤੇ ਜਰਵਾਨੇ ਦੀ ਹੁੰਦੀ ਹੋਈ ਭਾਵ ਤੱਕਾ ਜਾਂ ਦੀ ਇਸਤਰੀ ਦੀ ਬੇਪੱਤੀ ਹੁੰਦੀ ਹੋਈ ਜਦੋਂ ਖਾਲਸਾ ਦੇਖੇਗਾ ਤਾਂ ਉਸ ਵਿੱਚ ਰੋਹ ਆ ਜਾਵੇਗਾ। ਪਰ ਸਾਧ ਸੰਗਤ ਜੀ, ਅੱਜ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵੱਲ ਜੇ ਕੋਈ ਦੇਖਦਾ ਹੈ, ਭਾਵ ਵਾਹਿਗੁਰੂ, ਤਾਂ ਸਾਧ ਸੰਗਤ ਜੀ ਸੀਸ ਥੱਲੇ ਝੁਕ ਜਾਂਦੇ ਨੇ, ਕਿਉਂਕਿ ਮਹਾਰਾਜ ਜੀਆਂ ਦਾ ਉਪਦੇਸ਼ ਨਹੀਂ ਕਮਾਇਆ। ਹਜ਼ੂਰ ਕਿਰਪਾ ਕਰਨ, ਮਹਾਰਾਜ ਜੀਆਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਹਜ਼ੂਰ ਨੇ ਸਾਧ ਸੰਗਤ ਜੀ 20 ਰਸੀ ਬਾਣੀ ਉਚਾਰੀ ਹੈ। ਆ ਮਹੱਲਿਆਂ ਦੇ ਦਿਵਸਾਂ ਤੇ ਗੁਰਸਿੱਖ ਸੰਗਤਾਂ ਮਹਾਰਾਜ ਜੀਆਂ ਦੀ ਬਾਣੀ ਪੜ੍ਹਦੀਆਂ ਹਨ। ਬਾਣੀ ਵਿੱਚ ਤੀਰ ਸਰ ਕਰਦੇ ਚੱਲਦੇ ਨੇ, ਗੋਲੀਆਂ ਲਹੂ ਪੀਂਦੀਆਂ ਨੇ। ਸਾਧ ਸੰਗਤ ਜੀ, ਕਮਜ਼ੋਰ ਦਿਲ ਵਾਲਾ ਬੰਦਾ ਵੈਸੇ ਹੀ ਡਰ ਜਾਂਦਾ ਹੈ। ਉਹ ਤਾਂ ਪਹਿਲਾਂ ਹੀ ਕਹਿੰਦਾ ਹੈ, ਅਸੀਂ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਮੰਨਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਤੱਤੇ ਚੱਲਦੇ ਨੇ। ਪਰ ਹਜ਼ੂਰ ਦੀ ਬਾਣੀ ਕਹਿੰਦੀ ਹੈ, ਭਿੰਨ ਭਿੰਨ ਸਭਹੂ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੈ ਸਿੱਧ ਹਾਥ ਨਾ ਆਈ। ਮਹਾਰਾਜ ਜੀ ਕਹਿੰਦੇ ਹਨ, ਜੋ ਲੱਗ ਲੱਗ ਕਰਕੇ ਦੇਖਦੇ ਨੇ ਉਹਨਾਂ ਨੂੰ ਕਦੇ ਮੁਕਤੀ ਨਹੀਂ ਪ੍ਰਾਪਤ ਹੋਏਗੀ, ਕਿਉਂਕਿ ਆਪ ਹੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਇੱਕ ਰੂਪ ਹੀ ਹੋ ਗਏ ਹਨ ਮਹਾਰਾਜ 10 ਜੋਤਾਂ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਤ ਗੁਰੂ ਭਾਰੀ ਪ੍ਰਤਾਪ ਦੇ ਸਹਿਤ ਤਖਤ ਤੇ ਹਜ਼ੂਰ ਸ਼ਸਤਰ ਸਜਾ ਕੇ ਬਿਰਾਜਮਾਨ ਹੋਏ ਬੈਠੇ ਹਨ। ਜੇ ਸਾਧ ਸੰਗਤ ਜੀ ਪੁੱਤਰ ਦਾ ਚਿਹਰਾ ਆਪਣੇ ਪਿਓ ਨਾਲ ਨਾ ਰਲੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਕਿਹਾ ਕਰਦੇ ਸਨ, ਲੋਕ ਪਰਿਆਂ ਦੇ ਵਿੱਚ ਗੱਲਾਂ ਕਰਦੇ ਹਨ ਕਿ ਇਹ ਦੇਖ ਆਪਣੇ ਪਿਤਾ ਨਾਲ ਨਹੀਂ ਰਲਦਾ, ਉਹਨੂੰ ਕੀ ਕਹਿੰਦੇ ਨੇ ਸੰਸਾਰ ਦੇ ਲੋਕ। ਤਾਂ ਮਹਾਰਾਜ ਜੀ ਕਿਰਪਾ ਕਰਨ, ਕੱਲ ਨੂੰ ਜਿਸ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਹਜ਼ੂਰ ਹੋਲਾ ਚੜਿਆ ਕਰਦੇ ਸਨ, ਖਾਲਸਾ ਜਿਸ ਤਰ੍ਹਾਂ ਭਾਰੀ ਪ੍ਰਤਾਪ ਦੇ ਸਹਿਤ ਆਨੰਦਪੁਰ ਸਾਹਿਬ ਦੇ ਵਿੱਚ ਮਹੱਲਾ ਕੱਢਿਆ ਕਰਦਾ ਸੀ, ਜਿਸ ਤਰ੍ਹਾਂ ਪਹਾੜੀਆਂ ਕੰਬਦੀਆਂ ਸਨ, ਹਜ਼ੂਰ ਕਿਰਪਾ ਕਰਨ ਆਉਣ ਵਾਲੇ ਪ੍ਰਸੰਗ ਵਿੱਚ ਆਪਾਂ ਸ਼ਰਵਣ ਕਰਾਂਗੇ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਮਹਾਰਾਜ ਜੀਆਂ ਦੀ ਲੜੀਵਾਰ ਗੁਰਬਾਣੀ ਦੀ ਕਥਾ ਹਜ਼ੂਰ ਨੇ ਕਿਰਪਾ ਕਰਕੇ ਆਰੰਭ ਕਰਵਾਈ ਸੀ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਕਥਾ ਆਰੰਭ ਹੋਈ ਸੀ। 2 ਸ਼ਬਦ ਧਨਾਸਰੀ ਰਾਗ ਵਿੱਚ ਹਜ਼ੂਰ ਨੇ ਕਿਰਪਾ ਕਰਕੇ ਕਰਵਾਏ ਹਨ। ਜਿਸ ਤਰ੍ਹਾਂ ਹਜ਼ੂਰ ਬਨਾਰਸ ਭਾਵ ਇਹ ਕਾਂਸ਼ੀਪੁਰੀ ਦੀ ਧਰਤੀ ਤੇ ਪਹੁੰਚੇ ਹਨ, ਜਿਸ ਜਗ੍ਹਾ ਤੇ ਅੱਜ ਕੱਲ੍ਹ ਗੁਰਦੁਆਰਾ ਵੱਡੀ ਸੰਗਤ ਸਾਹਿਬ ਸੁਸ਼ੋਭਿਤ ਹੈ ਗੰਗਾ ਦੇ ਕਿਨਾਰੇ। ਮਹਾਰਾਜ ਜੀਆਂ ਦੇ ਪਾਸ ਤਰ੍ਹਾਂ ਤਰ੍ਹਾਂ ਦੇ ਮਤਾਂ ਦੇ ਸਾਧੂ ਆਉਂਦੇ ਹਨ, ਹਜ਼ੂਰ ਦੇ ਪਾਸ ਉਪਦੇਸ਼ ਪਾ ਕੇ ਨਿਹਾਲ ਹੁੰਦੇ ਹਨ। ਕਈ ਤਰ੍ਹਾਂ ਦੀਆਂ ਮੰਡਲੀਆਂ ਆਉਂਦੀਆਂ ਹਨ, ਹਜ਼ੂਰ ਦੇ ਨਾਲ ਸ਼ਸਤਰਧਾਰੀ ਗੁਰਸਿੱਖ ਰਹਿੰਦੇ ਹਨ ਤੇ ਮਹਾਰਾਜ ਜੀਆਂ ਪਾਸ ਜਿਸ ਤਰ੍ਹਾਂ ਗੁਰਸਿੱਖ ਆ ਕੇ ਬੇਨਤੀ ਕਰਦੇ ਹਨ। ਪਿੱਛੇ ਜਿਸ ਤਰ੍ਹਾਂ ਸੰਨਿਆਸੀ ਆਏ ਸੀ,
ਉਸ ਤੋਂ ਉਪਰੰਤ ਜਿਸ ਤਰ੍ਹਾਂ ਕੱਲ ਆਪ ਜੀਆਂ ਨੇ ਉਪਦੇਸ਼ ਸ਼ਰਵਣ ਕੀਤਾ ਸੀ, ਤਾਂ ਅੱਜ ਸਾਧ ਸੰਗਤ ਜੀ ਜੋਗੀ ਭਾਵ ਜੋਗੀਆਂ ਬਾਰੇ ਜੋ ਮਹਾਪੁਰਸ਼ ਪੁੱਛਦੇ ਹਨ ਆ ਕੇ, ਹਜੂਰ ਜੋ ਇਹ ਜੋਗੀ ਹਨ ਇਹ ਤਾਂ ਕਹਿੰਦੇ ਹਨ ਸਾਨੂੰ ਬੜੀਆਂ ਜੁਗਤੀਆਂ ਆਉਂਦੀਆਂ ਨੇ, ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ ਹੈ। ਮਹਾਰਾਜ ਜੀ ਬੜੇ ਬੜੇ ਦਾਅਵੇ ਕਰਦੇ ਨੇ, ਆਸਣ ਲਾਉਂਦੇ ਨੇ, ਜੰਗਲਾਂ ਵਿੱਚ ਰਹਿੰਦੇ ਨੇ। ਹਜੂਰ ਕਿਰਪਾ ਕਰਕੇ ਸਾਨੂੰ ਉਪਦੇਸ਼ ਦੱਸੋ ਕਿ ਯੋਗ ਧਾਰਨ ਕਰਨ ਨਾਲ ਕਿ ਯੋਗ ਦੇ ਕੀ ਚਿੰਨ੍ਹ ਹਨ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੱਜ ਸਾਡੇ ਤੇ ਤਰੁੱਠੇ ਹਨ, ਹਜੂਰ ਬ੍ਰਹਮ ਗਿਆਨ ਦਾ ਉਪਦੇਸ਼ ਦੇ ਕੇ ਸਾਨੂੰ ਨਿਹਾਲ ਕਰ ਰਹੇ ਹਨ। ਮਹਾਰਾਜ ਜੀਆਂ ਦੇ ਚਰਣਾ ਕਮਲਾਂ ਦਾ ਧਰੀਏ ਧਿਆਨ। ਮਹਾਰਾਜ ਜੀ ਸੰਗਤਾਂ ਵਿੱਚ ਤਖਤ ਤੇ ਸੱਜ ਬੈਠੇ ਹਨ। ਸੰਗਤਾਂ ਹੱਥ ਜੋੜ ਕੇ ਹਜੂਰ ਦੇ ਚਰਣਾ ਕਮਲਾਂ ਦਾ ਧਿਆਨ ਧਰ ਕੇ ਆਖਦੀਆਂ ਹਨ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਨਾਵਾ। ਤਨਾਸਰੀ ਰਾਗ ਵਿੱਚ ਮਹੱਲਾ ਨਾਵਾ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੰਮ੍ਰਿਤ ਬਚਨ ਕੀ ਬ੍ਰਿਸ਼ਟ ਕਰ ਕਿਰਪਾ ਦ੍ਰਿਸ਼ਟ ਕੇ ਸਾਥ। ਅੰਮ੍ਰਿਤ ਗੁਰਬਾਣੀ ਦੀ ਵਰਖਾ ਕਰਕੇ ਕਿਰਪਾ ਦ੍ਰਿਸ਼ਟੀ ਪਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਤਹਿ ਜੋਗੀ ਕੋ ਜੁਗਤ ਨ ਜਾਨੋ। ਮਹਾਰਾਜ ਜੀ ਫਰਮਾ ਰਹੇ ਹਨ ਕਿ ਤਹਿ ਜੋਗੀ ਕੋ ਜੁਗਤ ਨਾ ਜਾਨੋ। ਜਿਸ ਤਰ੍ਹਾਂ ਸਾਧ ਸੰਗਤ ਜੀ ਪਤੰਜਲ ਦੇ ਵਿੱਚ ਲਿਖਿਆ ਹੋਇਆ ਹੈ, ਚਿੱਤ ਬਿਰਤੀ ਨਿਰੋਧਾ ਸਾ ਯੋਗਾ, ਕਿ ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਕਰਕੇ ਤੇ ਆਪਣੇ ਆਪ ਨੂੰ ਕਾਲ ਪੁਰਖ ਵਾਹਿਗੁਰੂ ਦੀ ਭਗਤੀ ਵਿੱਚ ਜੋੜਨ ਦਾ ਨਾਮ ਯੋਗਾ ਹੈ। ਤੇ ਹਜੂਰ ਕਹਿੰਦੇ ਹਨ, ਤਹਿ ਜੋਗੀ ਕੋ ਜੁਗਤ ਨਾ ਜਾਨੋ, ਕਿ ਉਸ ਜੋਗੀ ਦੇ ਪਾਸ ਜੁਗਤ ਨਹੀਂ ਹੈ। ਕਿਹੜੇ ਜੋਗੀ ਦੇ ਪਾਸ? ਹਜੂਰ ਦੱਸਦੇ ਹਨ, ਲੋਭ ਮੋਹ ਮਾਇਆ ਮਮਤਾ ਫੁਨ। ਜਿਹੜਾ ਲੋਭ ਦੇ ਵਿੱਚ, ਮੋਹ ਦੇ ਵਿੱਚ ਅਤੇ ਮਾਇਆ ਦੀ ਮਮਤਾ ਦੇ ਵਿੱਚ ਅਤੇ ਤੇਹ ਜਿਹ ਘਟ ਮਾਹੇ ਪਛਾਨੋ। ਤੇ ਜਿੰਦੇ ਹਿਰਦੇ ਦੇ ਵਿੱਚ ਇਹ ਸਭ ਚੀਜ਼ਾਂ ਪਾਈਆਂ ਜਾਂਦੀਆਂ ਹਨ। ਹਜੂਰ ਕਹਿੰਦੇ ਹਨ ਉਹ ਭੇਖਦਾ ਹੀ ਜੋਗੀ ਹੋ ਸਕਦਾ ਹੈ, ਉਸ ਨੂੰ ਜੋਗੀ ਨਾ ਜਾਣੋ। ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਧਿਆਨ ਲਗਾਏ ਠੱਗਿਓ ਸਭ ਲੋਗਣ, ਸੀਸ ਜਟਾ ਨਖ ਹਾਥ ਵਡਾਏ। ਧੰਨ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਹਜੂਰ ਫਰਮਾਉਂਦੇ ਹਨ ਕਿ ਬੜਾ ਸੋਹਣਾ ਧਿਆਨ ਵੀ ਲਾ ਲਿਆ। ਮਹਾਰਾਜ ਜੀ ਕਹਿੰਦੇ ਹਨ, ਲੋਕ ਠੱਗਿਓ ਸਭ ਲੋਗਨ, ਸੀਸ ਜਟਾ, ਸਿਰ ਤੇ ਜੜਾਵਾਂ ਵੀ ਵਧਾ ਲੀਆਂ। ਸਾਧ ਸੰਗਤ ਜੀ ਅੱਜ ਕੱਲ ਤਾਂ ਜਿਹੜਾ ਪਿੱਪਲ ਜੇ ਦਾ ਅੱਕ ਦਾ ਰਸ ਹੁੰਦਾ ਹੈ, ਉਸ ਨੂੰ ਲਾ ਕੇ ਜੜਾਵਾਂ ਬਣਾ ਲੈਂਦੇ ਹਨ। ਮਹਾਰਾਜ ਜੀ ਕਹਿੰਦੇ ਹਨ, ਹੱਥਾਂ ਦੇ ਨਹੁੰ ਵੀ ਵਧਾ ਲਏ, ਲਾਏ ਵਿਭੂਤ ਫਿਰਿਓ ਮੁਖ ਉੱਪਰ, ਦੇਵ ਅਦੇਵ ਸਭੈ ਡਹਿਕਾਏ। ਸਰੀਰ ਦੇ ਉੱਤੇ ਸਵਾਹ ਮਲ ਕੇ ਇਸ ਤਰ੍ਹਾਂ ਸਮਾਧੀ ਲਾ ਕੇ ਬੈਠ ਗਿਆ ਕਿ ਪਤਾਲ ਦੇ ਵਿੱਚ, ਆਕਾਸ਼ ਦੇ ਵਿੱਚ ਜਿੰਨੇ ਵੀ ਦੇਵੀ ਤੇ ਦੇਵਤੇ ਸੀ, ਹਜੂਰ ਕਹਿੰਦੇ ਹਨ ਸਭ ਡਰ ਗਏ। ਕਿਉਂ? ਉਹ ਵੇਖ ਕੇ ਹੈਰਾਨ ਹੋ ਗਏ ਕਿ ਐਸਾ ਭੇਸ ਧਾਰਨ ਕੀਤਾ ਹੈ ਕਿ ਬੜੀ ਬੰਦਗੀ ਕਰਦਾ ਹੋਵੇਗਾ। ਪਰ ਮਹਾਰਾਜ ਜੀ ਕਹਿੰਦੇ ਹਨ, ਉਹਨਾਂ ਨੂੰ ਤਾਂ ਭਰਮਾ ਲਿਆ। ਲੋਭ ਕੇ ਲਾਗੇ ਫਿਰਿਓ ਘਰ ਹੀ ਘਰ, ਜੋਗ ਕੇ ਨਿਆਸ ਸਭੈ ਬਿਸਰਾਏ। ਜਿਸ ਤਰ੍ਹਾਂ ਪੰਕਤੀਆਂ ਆ ਰਹੀਆਂ ਸੀ ਪਿੱਛੇ, ਤਹਿ ਜੋਗੀ ਕੋ ਜੁਗਤ ਨਾ ਜਾਨੋ। ਲੋਭ ਮੋਹ ਭਾਵ ਹਜੂਰ ਕਹਿੰਦੇ ਹਨ ਜੋ ਜੋਗੀ ਹਨ, ਜਿਸ ਤਰ੍ਹਾਂ ਸਾਧ ਸੰਗਤ ਜੀ ਜੋ ਜੋਗੀ ਹੋਇਆ ਕਰਦੇ ਸਨ, ਉਹਨਾਂ ਦੇ ਵੀ ਕੁਝ ਨਿਯਮ ਰਹਿਤਾਂ ਹੋਇਆ ਕਰਦੀਆਂ ਹਨ। ਜਿਸ ਤਰ੍ਹਾਂ ਇੱਕ ਜੋਗੀ ਦਾ ਜ਼ਿਕਰ ਆਉਂਦਾ ਹੈ ਕਿ ਉਹ ਇਸ ਤਰ੍ਹਾਂ ਜਿਸ ਤਰ੍ਹਾਂ ਮੰਗਿਆ ਕਰਦਾ ਸੀ, ਪਹਿਲੇ ਘਰ ਜਾ ਕੇ ਜੋ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਜੋ ਵੀ ਉਸ ਦਾ ਮੰਤਰ ਸੀ ਉਚਾਰਨ ਕਰਦਾ ਸੀ। ਜੇ ਕੋਈ ਉਸ ਨੂੰ ਖਾਣ ਮਾਤਰ ਦੇ ਦੇ ਤਾਂ ਠੀਕ ਹੈ, ਨਹੀਂ ਤਾਂ ਦੂਸਰੇ ਘਰ ਜਾ ਕੇ ਫਿਰ ਉਸੇ ਤਰ੍ਹਾਂ ਆਪਣਾ ਜੋ ਮੰਤਰ ਜਪਦਾ ਸੀ, ਜੇ ਕੋਈ ਦੇ ਦੇਵੇ ਤਾਂ ਠੀਕ ਹੈ। ਤੀਸਰੇ ਘਰ ਜਾਂਦਾ ਸੀ, ਜੇ ਤੀਜੇ ਘਰੋਂ ਮਿਲ ਜੇ ਤਾਂ ਖਾ ਕੇ ਫਿਰ ਬੰਦਗੀ ਵਿੱਚ ਬੈਠ ਕੇ ਆਪਣੀ ਬਿਰਤੀ ਨੂੰ ਜੋੜਦਾ ਸੀ। ਪਰ ਸਾਧ ਸੰਗਤ ਜੇ ਤੀਜੇ ਵੀ ਨਾ ਮਿਲੇ ਤਾਂ ਫਿਰ ਭੁੱਖਾ ਵਾਪਸ ਆ ਜਾਂਦਾ ਸੀ। ਪਰ ਅੱਜ ਕੱਲ ਦੀ ਕੀ ਹਾਲਤ ਹੈ, ਇਹ ਹਜੂਰ ਲਿਖਦੇ ਹਨ, ਲੋਭ ਕੇ ਲਾਗੇ ਫਿਰਿਓ ਘਰ ਹੀ ਘਰ, ਜੋਗ ਕੇ ਨਿਆਸ ਸਭੈ ਬਿਸਰਾਏ। ਕਿ ਲੋਭ ਦੇ ਲੱਗੇ ਘਰਾਂ ਵਿੱਚ ਫਿਰਦੇ ਨੇ। ਜੋ ਜੁੜਨ ਦੀ ਜੁਗਤੀ ਸੀ ਉਹ ਮਹਾਰਾਜ ਜੀ ਕਹਿੰਦੇ ਹਨ ਸਭ ਵਿਸਾਰ ਛੱਡੀ ਹੈ। ਲਾਜ ਗਈ ਕਛ ਕਾਜ ਸਰਿਓ ਨਹਿ, ਪ੍ਰੇਮ ਬਿਨਾ
ਪ੍ਰਭ ਪਾਣ ਨਾ ਆਏ। ਮਹਾਰਾਜ ਜੀ ਕਹਿੰਦੇ ਹਨ, ਇੱਕ ਤਾਂ ਜੋਗੀ ਬਣ ਗਿਆ, ਲਾਜ ਵੀ ਚਲੇ ਗਈ, ਭਾਵ ਸੰਸਾਰ ਸਭ ਕੁਝ ਛੱਡ ਦਿੱਤਾ, ਭਾਵ ਇੱਕ ਬੇਸ਼ਰਮ ਹੋ ਕੇ ਤੂੰ ਹੁਣ, ਭਾਵ ਜਿਸ ਤਰ੍ਹਾਂ ਸਾਧ ਸੰਗਤ ਜੀ ਨਿਯਮ ਵਿਸਾਰ ਦਿੱਤੇ ਨੇ ਯੋਗਾ ਦੇ, ਤੇ ਘਰਾਂ ਘਰਾਂ ਵਿੱਚ ਮੰਗਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਲਾਜ ਗਈ ਕਛ ਕਾਜ ਸਰਿਓ ਨਹਿ, ਕੋਈ ਕਾਜ ਵੀ ਨਾ ਸਰਿਆ, ਕਿਉਂਕਿ ਸਾਧ ਸੰਗਤ ਜੀ ਗਿਆਤਾ ਸੀ ਪਰਮਾਰਥ ਨੂੰ ਜੁੜਨ, ਪਰ ਮੋਢੇ ਕਮੰਡਲ ਮੋਢੇ ਭਾਰ, ਜੋਗ ਨਹੀਂ ਇਹ ਕਰਮਾਂ ਕੀ ਮਾਰ, ਡੰਡ ਕਮੰਡਲ ਮੋਢੇ ਭਾਰ। ਜਿਸ ਤਰ੍ਹਾਂ ਮੋਢੇ ਤੇ ਭਾਰ ਚੁੱਕ ਲਿਆ, ਡੰਡਾ ਰੱਖ ਲਿਆ, ਇਹ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਇਹ ਯੋਗਾ ਤਾਣਾ ਨਾ ਹੋਇਆ, ਇਹ ਤਾਂ ਮਾਨੋ ਕਿ ਮੋਢੇ ਤੇ ਭਾਰ ਚੱਕਿਆ, ਗਧੇ ਦੀ ਨਿਆਈ ਕਰਮਾਂ ਦੀ ਮਾਰ ਹੋਈ। ਹਜੂਰ ਕਹਿੰਦੇ ਹਨ ਕਿ ਪ੍ਰੇਮ ਬਿਨਾ ਪ੍ਰਭ ਪਾਣ ਨਾ ਆਏ। ਜਿਸ ਤਰ੍ਹਾਂ ਪ੍ਰੇਮ ਤੋਂ ਬਿਨਾ ਅਕਾਲ ਪੁਰਖ ਵਾਹਿਗੁਰੂ ਕਦੇ ਪ੍ਰਗਟ ਨਹੀਂ ਹੁੰਦੇ, ਹੱਥ ਤੇ ਨਹੀਂ ਦਿਖਦੇ ਹਜੂਰ। ਪ੍ਰੇਮ ਤੋਂ ਭਾਵ ਹੈ ਸਾਧ ਸੰਗਤ ਜੀ ਪਰੈ ਮੈਂ, ਜਿਸ ਤਰ੍ਹਾਂ ਆਪਣੇ ਆਪ ਨੂੰ ਪਰੇ ਕਰ ਦੇਣਾ, ਅਕਾਲ ਪੁਰਖ ਵਾਹਿਗੁਰੂ ਨੂੰ ਹੀ ਜਾਣਨਾ ਕਿ ਰੋਮ ਰੋਮ ਵਿੱਚ ਆਪ ਹਜੂਰ ਪ੍ਰਤਾਪ ਦੇ ਸਹਿਤ ਪ੍ਰਗਟ ਹੋ ਰਹੇ ਹਨ। ਹਜੂਰ ਕਹਿੰਦੇ ਹਨ, ਕਾਹੇ ਕੋ ਡਿੰਬ ਕਰੈ ਮਨ ਮੂਰਖ, ਡਿੰਬ ਕਰੈ ਆਪਣੀ ਪਤ ਖਵੈ ਹੈ। ਕਾਹਦੇ ਤੋਂ ਹੈ ਮਨਾ ਪਖੰਡ ਕਰਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਕਈਆਂ ਨੂੰ ਆਦਤ ਹੁੰਦੀ ਹੈ ਵਾਹਿਗੁਰੂ ਕਿ ਮਨ ਤਾਂ ਲੱਗਦਾ ਨਹੀਂ, ਪਰ ਧੌਣ ਪੂਰੀ ਹਿਲਾਉਂਦੇ ਨੇ ਕਿ ਜਿਸ ਤਰ੍ਹਾਂ ਸਾਧ ਸੰਗਤ ਜੀ ਦਿਖਾਵੇ ਮਾਤਰ। ਗੁਰਸਿੱਖਾਂ ਦੀ ਤਾਂ ਕਦੇ ਸਾਧ ਸੰਗਤ ਜੀ ਪ੍ਰੇਮ ਵਿੱਚ ਜੇ ਬਿਰਤੀ ਜੁੜ ਜਾਂਦੀ ਹੈ ਤਾਂ ਉਹ ਅਲੱਗ ਗੱਲ ਹੈ, ਪਰ ਕਈ ਸਾਧ ਸੰਗਤ ਜੀ ਜੇ ਦਿਖਾਵੇ ਮਾਤਰ ਕਰਨ ਕਿ ਸੰਸਾਰ ਨੂੰ ਭਰਮਾਉਣ ਵਾਸਤੇ ਅੰਦਰ ਪ੍ਰੇਮ ਨਾ ਹੋਵੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਜਾਗਦੀ ਜੋਤ ਨਾ ਸਮਝੇ, ਮਹਾਰਾਜ ਜੀਆਂ ਤੇ ਭਰੋਸਾ ਨਾ ਹੋਵੇ, ਪਰ ਧੌਣ ਦੁਨੀਆ ਨੂੰ ਦਿਖਾਉਣ ਵਾਸਤੇ ਹਿਲਾਵੇ। ਮਹਾਰਾਜ ਜੀ ਕਹਿੰਦੇ ਹਨ, ਕਾਹੇ ਕੋ ਕਾਹਦੇ ਵਾਸਤੇ ਡਿੰਬ ਕਰੈ ਮਨ ਮੂਰਖ, ਪਖੰਡ ਕਰਦਾ ਹੈ, ਡਿੰਬ ਕਰੈ ਆਪਣੀ ਪਤ ਖੁਐ ਹੈ। ਇਹ ਪਖੰਡ ਕਰਨ ਨਾਲ ਤੇਰੀ ਆਪਦੀ ਹੀ ਪਤ ਦੂਰ ਹੋਵੇਗੀ। ਕਾਹੇ ਕੋ ਲੋਕ ਠੱਗੈ ਠੱਗ ਲੋਗਣ, ਭਾਵ ਮਹਾਰਾਜ ਜੀ ਕਹਿੰਦੇ ਹਨ ਕਾਹਦੇ ਵਾਸਤੇ, ਕਿਉਂਕਿ ਸਾਧ ਸੰਗਤ ਜੀ ਲੋਭ ਦੇ ਕਰਕੇ ਕਈ ਸਾਧੂ ਬਣ ਬੈਠਦੇ ਹਨ। ਕਹਿੰਦੇ ਹਨ, ਘਰ ਦੇ ਵਿੱਚ ਨਾਰ ਮੂਏ, ਘਰ ਸੰਪਤ ਨਾਸੀ, ਮੂੰਡ ਮੰਡਾਏ ਭਇਓ ਸੰਨਿਆਸੀ। ਘਰ ਦੇ ਵਿੱਚ ਇਸਤਰੀ ਚੜ੍ਹਾਈ ਕਰ ਗਈ, ਭਾਵ ਤੇ ਘਰ ਦੇ ਵਿੱਚ ਪੈਸਾ ਨਾ ਕੋਈ ਰਿਹਾ, ਮੂੰਹ ਸਿਰ ਮੁੰਨ ਕੇ ਤੇ ਬੋਧੀ ਰੱਖ ਕੇ ਕਹਿੰਦਾ ਮੈਂ ਸਾਧੂ ਬਣ ਗਿਆ ਹੁਣ ਪੈਸੇ ਦੇ ਖਾਤਰ। ਹਜੂਰ ਕਹਿੰਦੇ ਹਨ, ਕਾਹੇ ਕੋ ਲੋਕ ਠੱਗੇ ਠੱਗ ਲੋਗਣ, ਲੋਕ ਗਇਓ ਪਰ ਲੋਕ ਗਵੈ ਹੈ। ਇਹ ਲੋਕ ਤਾਂ ਤੇਰਾ ਜਾਊਗਾ ਹੀ, ਤੇ ਨਾਲ ਤੂੰ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਹਨ ਪਰਲੋਕ ਵੀ ਗਵਾ ਬੈਠੇਗਾ। ਜਿਸ ਤਰ੍ਹਾਂ ਜ਼ਿਕਰ ਆਉਂਦਾ ਸੀ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਸ ਜਿਸ ਸਮੇਂ ਇੱਕ ਸੱਪ ਆਉਂਦਾ ਹੈ, ਹਜੂਰ ਆਪਣੇ ਗੂਠੇ ਨਾਲ ਉਸ ਦੀ ਮੁਕਤੀ ਕਰਦੇ ਹਨ, ਉਸ ਵਿੱਚੋਂ ਕੀੜੇ ਨਿਕਲਦੇ ਹਨ। ਹਜੂਰ ਦੇ ਗੁਰਸਿੱਖ ਪੁੱਛਦੇ ਹਨ, ਮਹਾਰਾਜ ਜੀ ਇਹ ਕੀ ਸੀ? ਹਜੂਰ ਨੇ ਜਿਸ ਤਰ੍ਹਾਂ ਗੁਰਬਾਣੀ ਵਿੱਚ ਬਚਨ ਆਉਂਦਾ ਹੈ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਆਪ ਤਾਂ ਉਹ ਸਾਧੂ ਫਿਰ ਸੱਪ ਦੀ ਜੂਨ ਵਿੱਚ ਆਉਂਦਾ ਹੈ। ਜਿਹੜੇ ਉਹਦੇ ਚੇਲੇ ਹੁੰਦੇ ਹਨ ਉਸ ਦੇ ਵਿੱਚ ਕੀੜੇ ਬਣ ਕੇ ਪੈਦਾ ਹੁੰਦੇ ਹਨ, ਉਹਨੂੰ ਖਾਂਦੇ ਹਨ। ਇਹ ਹਜੂਰ ਦੀ ਬਾਣੀ ਦੱਸਦੀ ਹੈ, ਦੀਨ ਦਿਆਲ ਕੀ ਠੌਰ ਜਹਾਂ ਤੇ ਠੌਰ ਬਿਖੈ ਤੋਹਿ ਠੌਰ ਨਾ ਹਵੈ ਹੈ, ਚੇਤਰੇ ਚੇਤ ਅਚੇਤ ਮਹਾ ਜੜ, ਭੇਖ ਕੇ ਕੀਨੇ ਅਲੇਖ ਨਾ ਪੈ ਹੈ। ਮਹਾਰਾਜ ਜੀ ਕਹਿੰਦੇ ਹਨ, ਹੇ ਮੂਰਖਾ, ਇਹ ਭੇਖ ਧਾਰਨ ਕਰਨ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਬੜਾ ਸੋਹਣਾ ਕਈ ਸਾਧ ਸੰਗਤ ਜੀ ਵਾਹਿਗੁਰੂ ਇਹ ਜ਼ਰੂਰੀ ਚਿੰਨ੍ਹ ਵੀ ਹਨ, ਪਰ ਕਈ ਬਾਣਾ ਪਾ ਕੇ ਹਜੂਰ ਦਾ ਕਹਿੰਦੇ ਹਨ ਕਿ ਅਸੀਂ ਹੀ ਹੁਣ ਸਭ ਕੁਝ ਹਾਂ। ਪਰ ਜੇ ਹਜੂਰ ਕਹਿੰਦੇ ਹਨ ਹਿਰਦੇ ਦੇ ਵਿੱਚ ਚੇਤੇ ਨਹੀਂ ਕਰਦਾ, ਜੇ ਬਾਣੀ ਨਹੀਂ ਪੜ੍ਹਦਾ, ਹਜੂਰ ਕਹਿੰਦੇ ਹਨ ਉਹ ਅਲੇਖ ਜੋ ਲੇਖੇ ਵਿੱਚ ਨਹੀਂ ਆਉਂਦਾ, ਅਕਾਲ ਪੁਰਖ ਵਾਹਿਗੁਰੂ ਦੀ ਉਸ ਨੂੰ ਪ੍ਰਾਪਤੀ ਨਹੀਂ ਹੋ ਸਕਦੀ। ਤੇ ਇਹ ਜੋਗੀ ਭਾਵ ਹੈ ਜੁੜਨ ਵਾਲੇ ਗੁਰ ਸਿੱਖੋ। ਮਹਾਰਾਜ ਜੀ ਕਹਿੰਦੇ ਹਨ, ਜੁਗਤ ਨਾ ਜਾਣੋ, ਉਸ ਨੂੰ ਇਹ ਨਾ ਸਮਝੋ ਕਿ ਉਸ ਨੇ ਜੁਗਤੀ ਜਾਣ ਲਈ ਹੈ। ਜਿਸ ਦੇ ਹਿਰਦੇ ਦੇ ਵਿੱਚ ਲੋਭ ਮੋਹ ਮਾਇਆ ਮਮਤਾ ਫੁਨ, ਜਿਹ ਘਟ ਮਾਹੇ ਪਛਾਨੋ, ਜਿਸ ਦੇ ਹਿਰਦੇ ਵਿੱਚ ਪਛਾਨਿਆ ਜਾਂਦਾ ਹੈ ਇਸੇ ਤਰ੍ਹਾਂ ਹੀ। ਲੋਭ ਮੋਹ ਮਾਇਆ ਮਮਤਾ ਫੁਨ, ਅਤੇ ਸਾਧ ਸੰਗਤ ਜੀ ਤਿਹ ਜੋਗੀ ਕੋ ਜੁਗਤ ਨਾ ਜਾਣੋ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਸਾਧ ਸੰਗਤ ਜੀ, ਜੋਗ ਨਾ ਖਿੰਥਾ, ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਐ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਪਾਸ ਵੀ ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਆਏ ਸੀ, ਆਈ ਪੰਥੀ ਵਾਲੇ
ਕਹਿੰਦੇ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਕਿ ਸਾਡੇ ਪੰਥ ਵਿੱਚ ਤੁਸੀਂ ਮਿਲ ਜਾਵੋ, ਤਾਂ ਉਸ ਸਮੇਂ ਹਜੂਰ ਨੂੰ ਕਹਿੰਦੇ ਸੀ ਤੁਸੀਂ ਸਾਡੇ ਚਿੰਨ੍ਹ ਧਾਰਨ ਕਰ ਲਵੋ, ਜੋ ਆ ਡੰਡੇ ਆਦਿਕ, ਭਭੂਤੀ ਮਲਣੀ, ਕੰਨਾਂ ਦੇ ਵਿੱਚ ਮੁੰਦਰਾ ਪਾਉਣੀਆਂ, ਅਤੇ ਹਜੂਰ ਨੇ ਉਸ ਸਮੇਂ ਆ ਸਿੰਘੀ ਵਜਾਉਣੀ। ਹਜੂਰ ਨੇ ਉਸ ਸਮੇਂ ਤਖ਼ਤ ਸ੍ਰੀ ਜਪਜੀ ਸਾਹਿਬ ਜੀਆਂ ਦੀ ਬਾਣੀ ਵਿੱਚ ਜਿਸ ਤਰ੍ਹਾਂ ਫਰਮਾਇਆ ਸੀ, ਹਜੂਰ ਕਹਿੰਦੇ ਸੀ ਜਿਹੜੇ ਤੁਹਾਡੇ ਯੋਗ ਦੇ ਨਿਯਮ ਹਨ ਉਹਨਾਂ ਵਿੱਚ ਤਾਂ ਇਹ ਚਿੰਨ੍ਹ ਧਾਰਨ ਕਰਨ ਬਾਰੇ ਕਿਤੇ ਵੀ ਨਹੀਂ ਲਿਖਿਆ। ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਪ੍ਰਾਣਾਯਾਮ ਇਤਿਆਦਿਕ ਸਾਧ ਸੰਗਤ ਜੀ ਧਿਆਨ ਲਾਉਣਾ, ਇਹ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਯੋਗ ਦੇ ਜੋ ਖਾਲਸਾ ਜੀ ਅੰਗ ਮੰਨੇ ਜਾਂਦੇ ਹਨ। ਇਸੇ ਤਰ੍ਹਾਂ ਇਹਨਾਂ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਇਹ ਮੁੰਦਰਾ ਪਾਉਣੀਆਂ, ਮੋਢੇ ਤੇ ਡੰਡਾ ਰੱਖਣਾ। ਹਜੂਰ ਕਹਿੰਦੇ ਹਨ ਅਸੀਂ ਮੁੰਦਰਾ ਪਾਉਣੇ ਹਾਂ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਮਹਾਰਾਜ ਜੀ ਕਹਿੰਦੇ ਹਨ ਜੇ ਕੰਨਾਂ ਦੇ ਵਿੱਚ ਮੁੰਦਰਾ ਅਸੀਂ ਪਾਈਆਂ ਨੇ, ਸੰਤੋਖ ਦੀਆਂ ਮੁੰਦਰਾ ਪਾਈਆਂ ਨੇ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਜਿਹੜੀ ਤੁਸੀਂ ਝੋਲੀ ਘਰ ਘਰ ਜਾ ਕੇ ਮੰਗਦੇ ਹੋ, ਸ਼ਰਮ ਤੇ ਪਤ ਦੀ ਮਹਾਰਾਜ ਜੀ ਕਹਿੰਦੇ ਹਨ ਅਸੀਂ ਝੋਲੀ ਪਾਈ ਹੋਈ ਹੈ। ਮਹਾਰਾਜ ਜੀ ਅੱਗੇ ਜਿਸ ਤਰ੍ਹਾਂ ਕਿਰਪਾ ਕਰਦੇ ਹਨ। ਰਹਾਉ ਮਹਾਰਾਜ ਜੀ ਵਿਸ਼ਰਾਮ ਦੇ ਕੇ ਜਿਸ ਤਰ੍ਹਾਂ ਸਾਧ ਸੰਗਤ ਜੀ ਫਰਮਾਉਂਦੇ ਹਨ। ਪਰ ਨਿੰਦਾ ਉਸਤਤ ਨਹਿ ਜਾਕੈ। ਮਹਾਰਾਜ ਜੀ ਹੁਣ ਜਿਸ ਸਮੇਂ ਗੁਰਸਿੱਖਾਂ ਨੇ ਪੁੱਛਿਆ ਹਜੂਰ ਫਿਰ ਜੋਗੀ ਕਿਸ ਨੂੰ ਕਿਹਾ ਜਾ ਸਕਦਾ ਹੈ, ਹਜੂਰ ਹੁਣ ਜੋਗੀ ਪੁਰਸ਼ ਦੇ ਲੱਛਣ ਦੱਸਦੇ ਹਨ। ਕੱਲੇ ਜੋਗੀ ਦੇ ਨਹੀਂ, ਜੋ ਜੁੜਨ ਵਾਲੇ ਗੁਰਸਿੱਖ ਹਨ ਜਿਨ੍ਹਾਂ ਦੇ ਮਨ ਵਿੱਚ ਤਾਂਘ ਪੈਦਾ ਹੋ ਗਈ ਹੈ ਕਿ ਹਜੂਰ ਦੇ ਦਰਸ਼ਨ ਕਰਨੇ ਨੇ, ਭਾਵ ਮੁਕਤ ਪੁਰਸ਼ ਦੇ ਵੀ ਇਹੀ ਲੱਛਣ ਨੇ, ਬ੍ਰਹਮ ਗਿਆਨੀ ਦੇ ਵੀ ਇਹੀ ਲੱਛਣ ਨੇ। ਸਾਧ ਸੰਗਤ ਜੀ ਜੋ ਗੁਰੂ ਜੀਆਂ ਦੇ ਉਪਦੇਸ਼ ਨੂੰ ਕਮਾਉਂਦਾ ਹੈ ਉਹੀ ਹੀ ਸੰਤ ਹੈ, ਉਹ ਹੀ ਬ੍ਰਹਮ ਗਿਆਨੀ ਹੈ, ਉਹ ਹੀ ਸਾਧ ਹੈ, ਸਭ ਕੁਝ ਉਹੀ ਹੀ ਹੈ। ਹੁਣ ਮਹਾਰਾਜ ਜੀ ਜੋਗੀਆਂ ਦੇ ਲੱਛਣ ਦੱਸਦੇ ਹਨ। ਕੰਚਨ ਲੋਹ ਸਮਾਨੋ। ਵਾਹਿਗੁਰੂ ਜੋਗੀਆਂ ਦੇ ਮਹਾਰਾਜ ਜੀ ਲੱਛਣ ਦੱਸਦੇ ਹਨ। ਪਰ ਨਿੰਦਾ ਉਸਤਤ ਨਹਿ ਜਾਕੈ। ਪਰ ਨਿੰਦਾ ਉਹ ਜੋਗੀ ਪਰਾਏ ਕਿਸੇ ਦੀ ਨਿੰਦਾ ਨਹੀਂ ਕਰਦੇ, ਭਾਵ ਜਿਸ ਤਰ੍ਹਾਂ ਸਾਧ ਸੰਗਤ ਜੀ ਨਿੰਦਾ ਕਰਨ ਨਾਲ ਪਿਛਲੇ ਕੀਤੇ ਹੋਏ ਕਰਮਾਂ ਦਾ ਵੀ ਨਾਸ ਹੋ ਜਾਂਦਾ ਹੈ, ਜੋ ਸ਼ੁਭ ਕੋਈ ਕਰਮ ਕੀਤੇ ਹੋਣ। ਇੱਥੇ ਤਿੱਕਰ ਜ਼ਿਕਰ ਆਉਂਦਾ ਹੈ ਅਰਪੈ ਇਸਤਰੀ ਸਿਗਾਰ ਸਮੇਤ। ਜਿਸ ਤਰ੍ਹਾਂ ਇਹ ਕਈ ਮੰਨਿਆ ਕਰਦੇ ਸੀ ਇਹ ਪੁਰਾਤਨ ਜੋ ਸਾਧੂ ਮਹਾਤਮਾ, ਜਿਸ ਤਰ੍ਹਾਂ ਕਿ ਜਿਸ ਸਮੇਂ ਪੁਰਬ ਆਉਂਦਾ ਹੈ ਕੁਰਕਸ਼ੇਤਰ ਤੇ ਜਾ ਕੇ ਆਪਣੀਆਂ ਇਸਤਰੀਆਂ ਸ਼ਿੰਗਾਰ ਭਾਵ ਹਾਰ ਸ਼ਿੰਗਾਰ ਨਾਲ ਪੂਰੇ ਲਪਾਲਪ ਭਰ ਕੇ ਦਾਨ ਕਰ ਆਇਆ ਕਰਦੇ ਸੀ। ਮਹਾਰਾਜ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ ਚਾਹੇ ਉਹ ਇਸਤਰੀ ਦਾਨ ਕਰ ਆਵੇ, ਜੇ ਨਿੰਦਾ ਕਰਦਾ ਹੈ ਨਾ ਉਸ ਦਾ ਕੋਈ ਫਲ ਨਹੀਂ ਹੈ। ਆਪਣਾ ਕੰਮ ਵਿਗਾੜ ਕੇ ਪਰਾਇਆ ਸਾਧੇ, ਭਾਵ ਪਰਾਏ ਦਾ ਕੰਮ ਸਹੀ ਕਰ ਦਵੇ, ਪਰ ਫਿਰ ਵੀ ਜੇ ਮੁਖ ਤੋਂ ਜੇ ਨਿੰਦਾ ਕਰਦਾ ਹੈ, ਹਜੂਰ ਕਹਿੰਦੇ ਹਨ ਸਭ ਵਿਅਰਥ ਜਾਵੇਗਾ। ਜਿਸ ਤਰ੍ਹਾਂ ਹਜੂਰ ਫਰਮਾ ਰਹੇ ਹਨ ਪਰ ਨਿੰਦਾ ਉਸਤਤ ਨਹਿ ਜਾਕੈ। ਤੇ ਜੇ ਜੋਗੀ ਉਸਤਤੀ ਵਿੱਚ ਫਸਿਆ ਹੈ, ਭਾਵ ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਸਿੱਧ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ, ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਜੋ ਗੋਰਖਨਾਥ ਸੀ ਇਹ ਰਾਜਿਆਂ ਨੂੰ ਆਪਣਾ ਚੇਲਾ ਬਣਾਇਆ ਕਰਦਾ ਸੀ, ਆਮ ਬੰਦੇ ਨੂੰ ਤਾਂ ਇਹ ਆਪਣਾ ਚੇਲਾ ਵੀ ਨਹੀਂ ਬਣਾਇਆ ਕਰਦਾ ਸੀ। ਐਸੀ ਉਸਤਤੀ ਵਿੱਚ ਫਸਿਆ ਸੀ। ਫਿਰ ਰਾਜੇ ਸਾਧ ਸੰਗਤ ਜੀ ਰਾਜਿਆਂ ਦੇ ਕੰਨ ਪੜਵਾ ਕੇ ਵਿੱਚ ਇਹਨੇ ਮੁੰਦਰਾ ਪਵਾ ਦਿੱਤੀਆਂ ਗੋਰਖਨਾਥ ਨੇ, ਕਿਉਂਕਿ ਜੇ ਰਾਜੇ ਕਿਤੇ ਵਾਪਸ ਜਾਣਾ ਚਾਹਣ ਪਾਟੇ ਹੋਏ ਕੰਨ ਵੇਖ ਕੇ ਉਹਨਾਂ ਨੂੰ ਸ਼ਰਮ ਆ ਜਾਵੇਗੀ ਕਿ ਅਸੀਂ ਤਾਂ ਹੁਣ ਜੋਗ ਧਾਰਨ ਕਰ ਲਿਆ ਹੈ। ਐਸਾ ਇੱਕ ਗੋਰਖਨਾਥ ਉਸਤਤੀ ਵਿੱਚ ਫਸਿਆ ਸੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਵੀ ਜਿਸ ਸਮੇਂ ਇਹਨਾਂ ਨੇ ਆਖਿਆ ਸੀ ਕਿ ਸਿੱਧੀ ਮਨੈ ਵਿਚਾਰਿਆ ਕਿਵੈ ਦਰਸ਼ਨ ਇਹ ਲੇਵੈ ਬਾਲਾ, ਮਹਾਰਾਜ ਜੀਆਂ ਨੂੰ ਸਾਧ ਸੰਗਤ ਜੀ ਜੋ ਜਗਤ ਦੇ ਬਾਪੂ ਸਰੂਪ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਇਹਨਾਂ ਨੂੰ ਮਾਣ ਸੀ। ਕਹਿੰਦੇ ਸੀ ਬਾਲਾ, ਹਜੂਰ ਨੂੰ ਬਾਲਾ ਸ਼ਬਦ ਕਹਿ ਕੇ। ਇੱਕ ਤਾਂ ਸਾਧ ਸੰਗਤ ਜੀ ਇਹਨਾਂ ਦੀਆਂ ਉਮਰਾਂ ਵੀ ਬਹੁਤ ਵੱਡੀਆਂ ਸੀ। ਹਜੂਰ ਨੂੰ ਜਿਸ ਸਮੇਂ ਇਹਨਾਂ ਨੇ ਮਨ ਦੇ ਵਿੱਚ ਵਿਚਾਰਿਆ ਕਿ ਇਹ ਕਿਸ ਤਰ੍ਹਾਂ ਸਾਡੇ ਮਤ ਵਿੱਚ ਆਉਣਗੇ, ਸਾਡਾ ਇਹ ਮਤ ਧਾਰਨ ਕਰਨਗੇ, ਐਸਾ ਜੋਗੀ ਕਲੇ ਮਹਿ ਹਮਰੋ ਪੰਥ ਕਰੈ ਉਜਿਆਲਾ, ਕਿਉਂਕਿ ਇਹ ਮਨ ਵਿੱਚ ਸੋਚਿਆ ਸੀ ਜੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਡਾ ਪੰਥ ਧਾਰਨ ਕਰ ਲੈਣ, ਇਹਨਾਂ ਵਰਗਾ ਹੋਰ ਕੋਈ ਜੋਗੀ ਨਹੀਂ ਹੋ ਸਕਦਾ,
ਕਿਉਂਕਿ ਮਹਾਰਾਜ ਜੋਗੀਆਂ ਦੇ ਜੋਗੀ ਹਨ। ਇਹ ਸਿੱਧਾਂ ਨੇ ਜਾਣ ਲਿਆ ਸੀ। ਸਿੱਧਾਂ ਨੇ ਸਾਧ ਸੰਗਤ ਜੀ ਕਿਹਾ ਸੀ ਜੇ ਇਹ ਜੋਗ ਧਾਰਨ ਕਰ ਲੈਣ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਾਡੇ ਜੋਗੀਆਂ ਦਾ ਪੰਥ ਜਗ ਦੇ ਵਿੱਚ ਭਾਰੀ ਪ੍ਰਤਾਪ ਦੇ ਸਹਿਤ ਹੋਵੇਗਾ। ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੈ ਗੁਰੂ ਕੀ ਝਾਲਾ। ਫਿਰ ਸਾਧ ਸੰਗਤ ਜੀ ਹਜੂਰ ਨੇ ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਸ਼ਬਦ ਦੇ ਰਾਹੀਂ ਕਵੀ ਭਾਈ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਕੌਣ ਸੀ ਫਿਰ ਗੁਰੂ ਦੀ ਝਾਲਾਂ ਨੂੰ ਝੱਲ ਸਕਦਾ ਸੀ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਆਪਣਾ ਪੰਥ ਨਿਰਾਲਾ। ਹਜੂਰ ਨੇ ਸ਼ਬਦ ਉਚਾਰ ਕੇ ਇਹ ਸਾਰੀ ਸਿੱਧਾਂ ਦੀ ਮੰਡਲੀ ਜਿੱਤ ਲਈ ਸੀ। ਤੇ ਮਹਾਰਾਜ ਜੀ ਫਰਮਾਉਂਦੇ ਹਨ ਕੀਤੋ ਆਪਣਾ ਪੰਥ ਨਿਰਾਲਾ। ਇਹ ਨਿਰਾਲਾ ਪੰਥ ਜੋ ਖਾਲਸਾ ਪੰਥ ਹੈ ਸਾਧ ਸੰਗਤ ਜੀ, ਕਈ ਕਹਿੰਦੇ ਹਨ ਕਿ ਇਸ ਧਰਮ ਵਿੱਚੋਂ ਪ੍ਰਗਟ ਹੋਇਆ ਹੈ, ਉਸ ਧਰਮ ਵਿੱਚੋਂ ਪ੍ਰਗਟ ਹੋਇਆ ਹੈ। ਪਰ ਸਾਧ ਸੰਗਤ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਜਿਸ ਸਮੇਂ ਇਹਨਾਂ ਦੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮੈਂ ਸਾਕਾ। ਮਹਾਰਾਜ ਜੀਆਂ ਨੇ ਤਿਲਕ ਤੇ ਜੰਜੂ ਦੀ ਖਾਤਰ ਕਲਯੁਗ ਦੇ ਵਿੱਚ ਐਸਾ ਵੱਡਾ ਸਾਕਾ ਕਰਕੇ ਵਿਖਾ ਦਿੱਤਾ। ਹਜੂਰ ਨੇ ਹੱਦ ਕਰਾ ਛੱਡੀ ਸੀ। ਕਿਉਂਕਿ ਸਾਧ ਸੰਗਤ ਜੀ ਜਿੰਨੇ ਵੀ ਹੋਰ ਪੰਥ ਨੇ ਨੁਰੰਗੇ ਨੇ ਹੁਕਮ ਜਾਰੀ ਕਰ ਦਿੱਤੇ ਸੀ ਕਿ ਇਸ ਹਿੰਦੁਸਤਾਨ ਭਾਰਤ ਵਰਸ਼ ਦੀ ਧਰਤੀ ਦੇ ਵਿੱਚ ਜੇ ਕੋਈ ਮੁਸਲਮਾਨ ਬਣਨ ਨੂੰ ਨਹੀਂ ਤਿਆਰ ਹੁੰਦਾ, ਜੇ ਕੋਈ ਉਹਦੇ ਕੋਲ ਸਰਕਾਰੀ ਨੌਕਰੀ ਹੈ ਤਾਂ ਉਹ ਖੋਹ ਲਈ ਜਾਵੇ, ਜੇ ਕੋਈ ਉਸ ਦੇ ਪਾਸ ਜ਼ਮੀਨ ਹੈ ਉਹ ਵੀ ਖੋਹ ਲਈ ਜਾਵੇ। ਭਾਵ ਜਿਸ ਤਰ੍ਹਾਂ ਅੱਜ ਸਾਧ ਸੰਗਤ ਜੀ ਗੁਰਸਿੱਖਾਂ ਨਾਲ ਕਈ ਧੱਕੇ ਕਰਦੇ ਹਨ, ਤਾਂ ਸਾਧ ਸੰਗਤ ਜੀ ਉਸ ਸਮੇਂ ਭਾਵ ਇਤਿਹਾਸ ਜ਼ਿਕਰ ਕਰਦਾ ਹੈ ਕਈ ਹਿੰਦੂ ਪਰਿਵਾਰ ਸੀ ਜਿਨ੍ਹਾਂ ਨੇ ਫਿਰ ਇਸ ਨਰੰਗੇ ਦੇ ਡਰ ਤੋਂ ਇਹ ਹਿੰਦੂ ਧਰਮ ਛੱਡ ਕੇ ਮੁਸਲਮਾਨ ਧਰਮ ਵਿੱਚ ਚਲੇ ਗਏ ਸੀ। ਪਰ ਜਿਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਸ਼ਹਾਦਤ ਦਿੱਤੀ, ਉਸ ਤੋਂ ਉਪਰੰਤ ਜ਼ਿਕਰ ਆਉਂਦਾ ਹੈ ਇੱਕ ਵੀ ਪਰਿਵਾਰ ਨਹੀਂ ਸੀ ਕਿ ਜਿਹੜਾ ਹਿੰਦੂ ਬਣਿਆ। ਜਿਸ ਸਮੇਂ ਹਜੂਰ ਬਾਜਾਂ ਵਾਲੇ ਪਿਤਾ ਜੀ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਕੱਢਿਆ ਕਰਦੇ ਸਨ। ਸੰਗਤਾਂ ਦਾ ਭਾਰੀ ਪ੍ਰਤਾਪ ਦੇਖ ਕੇ ਆਪ ਮੁਹਾਰੇ ਹਜੂਰ ਨਹੀਂ ਕਿਸੇ ਨੂੰ ਕਿਹਾ ਕਰਦੇ ਸੀ ਕਿ ਤੂੰ ਸਿੱਖ ਬਣ, ਪਰ ਆਪ ਹਜੂਰ ਦਾ ਪ੍ਰਤਾਪ ਦੇਖ ਕੇ ਗੁਰਸਿੱਖ ਸੰਗਤਾਂ ਦੇ ਦਰਸ਼ਨ ਕਰਕੇ ਆਪਣੇ ਮਨ ਵਿੱਚ ਉਹਨਾਂ ਦੇ ਚਾਅ ਉੱਠਦਾ ਸੀ। ਸਾਧ ਸੰਗਤ ਜੀ ਹਜੂਰ ਨੇ ਤਾਂ ਭਾਵ ਸੀਸ ਲੈ ਕੇ ਆਖਿਆ ਸੀ ਕਿ ਇਹ ਖਾਲਸਾ ਉਹੀ ਹੋਵੇਗਾ ਜਿਹੜੇ ਇਸ ਪ੍ਰੇਮ ਦੀ ਗਲੀ ਦੇ ਵਿੱਚੋਂ ਲੰਘ ਕੇ ਆਵੇਗਾ। ਇਹ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਜਿਸ ਤਰ੍ਹਾਂ ਬਚਨ ਆ ਰਿਹਾ ਹੈ ਕੀਤੋ ਆਪਣਾ ਪੰਥ ਨਿਰਾਲਾ, ਇਹ ਨਿਰਾਲਾ ਪੰਥ ਹੈ। ਜਿਸ ਤਰ੍ਹਾਂ ਹਜੂਰ ਨੇ ਇਹਨਾਂ ਸਿੱਧਾਂ ਨੂੰ ਜਿੱਤਿਆ ਸੀ, ਇਹਨਾਂ ਦੀ ਮੰਡਲੀ ਨੂੰ, ਜਿਸ ਤਰ੍ਹਾਂ ਜ਼ਿਕਰ ਆ ਰਿਹਾ ਹੈ ਉਸਤਤ ਨਹਿ ਜਾਕੈ, ਇਹ ਉਸਤਤੀ ਵਿੱਚ ਫਸੇ ਸੀ। ਪਰ ਜੋਗੀਆਂ ਦੇ ਇਹ ਲੱਛਣ ਨਹੀਂ ਹੋਇਆ ਕਰਦੇ। ਕੰਚਨ ਲੋਹ ਸਮਾਨੋ, ਉਹਨਾਂ ਦੇ ਲਈ ਕੰਚਨ ਭਾਵ ਜੋ ਸੋਨਾ ਹੈ ਤੇ ਇੱਕ ਬੰਨੇ ਲੋਹਾ ਹੋਵੇ, ਇੱਕ ਸਮਾਨ ਹੋਵੇ, ਇਸ ਨੂੰ ਜੋਗੀ ਕਿਹਾ ਜਾਂਦਾ ਹੈ। ਹਰਖ ਸੋਗ ਤੇ ਰਹਿ ਅਤੀਤਾ, ਹਰਖ ਸੋਗ ਤੇ ਰਹਿ ਅਤੀਤਾ, ਚਾਹੇ ਹਰਖ ਹੋਵੇ ਖੁਸ਼ੀ ਹੋਵੇ, ਸੋਗ ਭਾਵ ਗਮੀ ਹੋਵੇ, ਇਸ ਤੋਂ ਭਾਵ ਉਹਨੂੰ ਇਹ ਛੋਹਦੀਆਂ ਨਾ ਹੋਣ। ਜੋਗੀ ਤਾਹੇ ਬਖਾਨੋ, ਮਹਾਰਾਜ ਜੀ ਕਹਿੰਦੇ ਹਨ ਕਿ ਉਸ ਨੂੰ ਜੋਗੀ ਕਿਹਾ ਜਾ ਸਕਦਾ ਹੈ। ਕੀ ਹਨ ਜੋਗ ਦੇ ਲੱਛਣ? ਜਿਹੜਾ ਪਰਾਏ ਦੀ ਨਿੰਦਾ ਨਾ ਕਰਦਾ ਹੋਵੇ, ਉਸਤਤ ਦੇ ਵਿੱਚ ਵੀ ਨਾ ਫਸਿਆ ਹੋਵੇ ਕਿ ਭਾਵ ਆਪਣੀ ਵਡਿਆਈ ਕਰਾਉਣ ਵਿੱਚ ਜਾਂ ਕਾਰਨ ਹੀ ਆਦਤ ਹੁੰਦੀ ਹੈ ਕਿਸੇ ਵੱਡੇ ਬੰਦੇ ਦੀ ਉਸਤਤੀ ਕਰਨੀ। ਅਤੇ ਕੰਚਨ ਲੋਹ ਸਮਾਨੋ, ਕੰਚਨ ਤੇ ਲੋਹਾ ਇੱਕ ਸਮਾਨ ਹੋਵੇ ਜਿੰਦੇ ਵਾਸਤੇ ਖੁਸ਼ੀ ਗਮੀ ਨਾ ਪਾਉਂਦੀ ਹੋਵੇ। ਹਜੂਰ ਕਹਿੰਦੇ ਹਨ ਉਸ ਨੂੰ ਹੀ ਜੋਗੀ ਆਖਿਆ ਜਾਂਦਾ ਹੈ। ਸਾਡੇ ਤਾਂ ਮਹਾਪੁਰਸ਼ੋ ਚੰਚਲ ਮਨ ਦਹਿ ਦਿਸ ਕੋ ਧਾਵਤ, ਅਤੇ ਜਿਸ ਜੋਗੀ ਦਾ ਮਨ ਚੰਚਲ ਮਨ ਦਹਿ ਦਿਸ ਕੋ ਧਾਵਤ, ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਮਛੰਦਰਨਾਥ ਸੀ ਜੋ ਗੋਰਖ ਦਾ ਵੀ ਗੁਰੂ ਸੀ, ਜੋ ਸਾਧ ਸੰਗਤ ਜੀ ਸ਼ਿਵਜੀ ਤੋਂ ਕਿਤੇ ਗਾਂ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਪ੍ਰਗਟ ਹੋਇਆ ਸੀ ਇਹ ਮਛੰਦਰਨਾਥ ਸਾਧ ਸੰਗਤ ਜੀ ਬੜਾ ਤਗੜਾ ਜੋਗੀ ਸੀ। ਬੜਾ ਇਸਨੇ ਜੋਗ ਤਪ ਸਾਧਨ ਆਦਿਕ ਇਸਨੇ ਕੀਤੇ ਸੀ। ਜਿਸ ਸਮੇਂ ਸਾਧ ਸੰਗਤ ਜੀ ਫਿਰ ਵੀ ਇਹਦੀ ਵਿਸ਼ਿਆਂ ਤੋਂ ਭਾਵ ਮਨ ਨਾ ਸੀ ਉੱਠਿਆ, ਕਿਉਂਕਿ ਜਿਸ ਸਮੇਂ ਇਸ ਨੇ ਦੇਖਿਆ ਕਿ ਅਮਰੂ ਰਾਜਾ ਜੋ ਸੰਗਲਾਦੀਪ ਦਾ ਸੀ ਪਦਮਨੀ ਜਾਤੀ ਦੀਆਂ ਇਸਤਰੀਆਂ ਨੂੰ ਭੋਗਣ ਵਾਸਤੇ, ਜਿਸ ਸਮੇਂ ਇਸ ਨੂੰ ਪਤਾ ਲੱਗਾ ਕਿ ਉਹ ਰਾਜਾ ਚੜ੍ਹਾਈ ਕਰ ਗਿਆ ਹੈ, ਉਸ ਸਮੇਂ ਪਰ ਕਾਇਆ ਪ੍ਰਵੇਸ਼ ਇਹ ਸਿੱਧੀ ਹੁੰਦੀ ਹੈ ਇੱਕ
ਇੰਨੀਆਂ ਸ਼ਕਤੀਆਂ ਵੀ ਇਸ ਨੇ ਪਾਲੀਆਂ ਸੀ ਕਿ ਉਸ ਮਰੇ ਹੋਏ ਜੋ ਅਮਰੂ ਰਾਜਾ ਸੀ ਉਸ ਦੀ ਆਪਣੀ ਦੇਹੀ ਇਧਰ ਬਰਫੀਲੀਆਂ ਪਹਾੜੀਆਂ ਵਿੱਚ ਬਿਠਾ ਕੇ ਆਪ ਉਸ ਅਮਰੂ ਰਾਜੇ ਦੀ ਦੇਹੀ ਵਿੱਚ ਵੜ ਗਿਆ ਸੀ ਭੋਗਾਂ ਨੂੰ ਭੋਗਣ ਵਾਸਤੇ। ਜਿਸ ਸਮੇਂ ਸਾਧ ਸੰਗਤ ਜੀ ਕਿਸੇ ਨੇ ਆ ਕੇ ਗੋਰਖਨਾਥ ਨੂੰ ਕਿਹਾ ਕਿ ਤੇਰਾ ਗੁਰੂ ਤਾਂ ਉੱਥੇ ਕਿੱਧਰ ਮੂੰਹ ਮਾਰੀ ਜਾਂਦਾ ਹੈ, ਤੂੰ ਇੱਥੇ ਜਤੀ ਬਣਿਆ ਬੈਠਾ ਹੈ ਵੱਡਾ। ਉਸ ਸਮੇਂ ਗੋਰਖ ਗਿਆ ਸੀ, ਪਰ ਸਾਧ ਸੰਗਤ ਜੀ ਇਸ ਮਛੰਦਰ ਨਾਥ ਨੇ ਆਪਣੇ ਰਾਜ ਦੇ ਵਿੱਚ ਉਸ ਸਮੇਂ ਡੰਕਾ ਖੜਕਾ ਦਿੱਤਾ ਸੀ, ਕੋਈ ਵੀ ਕੰਨ ਪਾਟਾ ਜੋਗੀ ਮੇਰੇ ਰਾਜ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਇਹ ਜਾਣਦਾ ਸੀ ਜੇ ਉਹ ਆ ਗਏ ਉਹਨਾਂ ਮੈਨੂੰ ਪਹਿਚਾਨ ਲੈਣਾ ਹੈ। ਜਿਸ ਸਮੇਂ ਫਿਰ ਗੋਰਖ ਜਿਸ ਸਮੇਂ ਜ਼ਿਕਰ ਆਉਂਦਾ ਹੈ ਢੋਲ ਸਿੱਖ ਕੇ ਜਿਸ ਸਮੇਂ ਇਹਦੇ ਦਰਬਾਰ ਵਿੱਚ ਗਿਆ, ਜਿਸ ਸਮੇਂ ਢੋਲ ਦੀ ਆਵਾਜ਼ ਕੱਢੀ, ਜਾਗ ਮਛਿੰਦਰਾ ਗੋਰਖ ਆਇਓ। ਜਿਸ ਸਮੇਂ ਸਾਧ ਸੰਗਤ ਜੀ ਉਸੇ ਸਮੇਂ ਦੇ ਉੱਥੇ ਪਈ ਰਹਿ ਗਈ। ਮਛੰਦਰ ਨਾਥ ਵਿੱਚੋਂ ਉੱਠ ਕੇ ਉੱਥੇ ਬਰਫੀਲੀਆਂ ਪਹਾੜੀਆਂ ਵਿੱਚ ਗਿਆ। ਉਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਪਾਸ ਇਹ ਗੋਰਖਨਾਥ ਆਪਣੇ ਗੁਰੂ ਮਛੰਦਰ ਨਾਥ ਨੂੰ ਲੈ ਕੇ ਆਉਂਦਾ ਹੈ, ਕਿਉਂਕਿ ਗੋਰਖਨਾਥ ਜਿਸ ਸਮੇਂ ਸ਼ਬਦ ਸੁਣੇ ਜਾਗ ਮਛਿੰਦਰ ਗੋਰਖ ਆਇਓ ਤਾਂ ਸਾਧ ਸੰਗਤ ਜੀ ਮਨ ਦੇ ਵਿੱਚ ਸ਼ਰਮਸ਼ਾਰ ਹੋ ਗਿਆ ਕਿ ਮੇਰਾ ਜੋ ਵਿਦਿਆਰਥੀ ਹੈ ਇਹ ਜਤੀ ਹੈ ਤੇ ਮੈਂ ਇੱਥੇ ਕਿੱਧਰ ਮੂੰਹ ਮਾਰੀ ਜਾਂਦਾ ਹਾਂ। ਗੁਰਬਾਣੀ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਫਿਰ ਬਚਨ ਉਚਾਰਨ ਕੀਤੇ ਸੀ ਇਸ ਮਛੰਦਰ ਨਾਥ ਨੂੰ, ਸੁਣ ਮਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੈ ਨਹਿ ਡੋਲੇ। ਇਹ ਜੋਗੀਆਂ ਦੀਆਂ ਜੁਗਤੀਆਂ ਦੱਸੀਆਂ ਕਿ ਸੁਣ ਮਛਿੰਦਰ ਨਾਥ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਫਰਮਾਇਆ ਹੈ ਵਸਗਤ ਪੰਚ ਕਰੈ ਨਹੀਂ ਡੋਲੇ। ਇਹ ਪੰਜਾਂ ਵਿਕਾਰਾਂ ਨੂੰ ਜੋ ਜੋਗੀ ਹੈ ਉਹ ਵਸ ਕਰਕੇ ਰੱਖਦਾ ਹੈ ਤੇ ਕਦੇ ਡੋਲਦਾ ਨਹੀਂ। ਐਸੀ ਜੁਗਤ ਜੋਗ ਕੋ ਪਾਲੈ। ਮਹਾਰਾਜ ਜੀ ਕਹਿੰਦੇ ਹਨ ਜੋ ਐਸੀ ਜੁਗਤੀ ਦੇ ਨਾਲ ਚੱਲਦਾ ਹੈ ਉਸ ਨੂੰ ਹੀ ਸਾਡੇ ਘਰ ਵਿੱਚ ਜੋਗੀ ਕਿਹਾ ਜਾ ਸਕਦਾ ਹੈ। ਚੰਚਲ ਮਨ ਦਹਿ ਦਿਸ ਕੋ ਧਾਵਤ। ਚੰਚਲ ਮਨ ਦਹਿ ਦਿਸ ਕੋ ਧਾਵਤ। ਸਾਧ ਸੰਗਤ ਜੀ ਭਾਰਤ ਵਰਸ ਦੀ ਧਰਤੀ ਤੇ ਤਾਂ ਆਮ ਹੀ ਵੇਖਿਆ ਜਾਂਦਾ ਹੈ ਜਿਸ ਸਮੇਂ ਜੋਗੀ ਮੰਗਣ ਆਉਂਦੇ ਹਨ ਘਰਾਂ ਦੇ ਵਿੱਚ, ਜਿਸ ਸਮੇਂ ਦੇਖਦੇ ਹਨ ਕੱਲੀ ਇਸਤਰੀ ਹੈ ਤਾਂ ਸਾਧ ਸੰਗਤ ਜੀ ਉਹਦੀ ਵੀ ਕਈ ਵਾਰ ਬੇਪਤੀ ਕਰ ਜਾਂਦੇ ਹਨ ਜਾਂ ਫਿਰ ਲੁੱਟ ਕੇ ਲੈ ਜਾਂਦੇ ਹਨ। ਜਿਸ ਤਰ੍ਹਾਂ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਬਿੰਦ ਨਾ ਰਾਖੈ ਜਤੀ ਕਹਾਵੈ, ਮਾਈ ਮਾਗਤ ਤ੍ਰਿਆ ਲੁਭਾਵੈ। ਮਾਈ ਕਹਿ ਕੇ ਤਾਂ ਮੰਗਦੇ ਹਨ ਪਰ ਪਰਾਈਆਂ ਇਸਤਰੀਆਂ ਦਾ ਰੂਪ ਦੇਖਦੇ ਹਨ। ਬਿੰਦ ਨਾ ਰਾਖੈ ਜਤੀ ਕਹਾਵੈ, ਕੋਈ ਐਸਾ ਜਤੀਆਂ ਵਾਲਾ ਕੰਮ ਨਹੀਂ ਕਰਦੇ। ਪਰ ਬਾਹਰੋਂ ਸਾਧ ਸੰਗਤ ਜੀ ਐਸੇ ਬਾਬੇ ਤਾਂ ਆਪ ਭਲੀ ਭਾਂਤ ਜਾਣਦੇ ਹੋ, ਕਹਿੰਦੇ ਹਨ ਅਸੀਂ ਸਾਰਿਆਂ ਦੇ ਬਾਪੂ ਹਾਂ, ਪਰ ਸਾਧ ਸੰਗਤ ਜੀ ਬਿੰਦ ਨਾ ਰਾਖੈ ਭਾਵ ਕਾਮ ਵਾਸ਼ਨਾ ਦੇ ਵਿੱਚ ਜਦੋਂ ਫਿਰ ਫੜੇ ਜਾਂਦੇ ਹਨ ਸ਼ਰਮਸ਼ਾਰ ਹੁੰਦੇ ਹਨ। ਮਹਾਰਾਜ ਜੀ ਕਹਿੰਦੇ ਹਨ ਮਾਈ ਮਾਗਤ ਤ੍ਰਿਆ ਲੁਭਾਵੈ, ਕਿ ਮਾਈ ਕਹਿ ਕੇ ਮੰਗਦੇ ਨੇ ਤੇ ਇਸਤਰੀਆਂ ਦਾ ਮੂੰਹ ਤੱਕਦੇ ਨੇ। ਹਜੂਰ ਜਿਸ ਤਰ੍ਹਾਂ ਕਹਿ ਰਹੇ ਹਨ ਚੰਚਲ ਮਨ ਦਹਿ ਦਿਸ ਕੋ ਧਾਵਤ, ਕਿ ਹੇ ਸਿੱਖ ਜਨੋ, ਹੇ ਮਹਾਤਮਾ ਜਨੋ, ਹੇ ਜੋਗੀਓ, ਸਾਡੇ ਮਤ ਵਿੱਚ ਐਸਾ ਨਹੀਂ ਹੈ। ਹਜੂਰ ਕਹਿੰਦੇ ਹਨ ਕਿ ਜਿਹੜਾ ਚੰਚਲ ਮਨ ਨੂੰ ਰੋਕ ਨਹੀਂ ਸਕਦਾ ਉਹ ਜੋਗੀ ਨਹੀਂ ਹੈ। ਅਚਲ ਜਾਹੇ ਠਹਿਰਾਨੋ। ਚੱਲ ਜਾਹੇ ਠਹਿਰਾਨੋ। ਮਹਾਰਾਜ ਜੀ ਕਹਿੰਦੇ ਹਨ ਜਿਸ ਦਾ ਮਨ ਇੱਕ ਜਗ੍ਹਾ ਤੇ ਠਹਿਰ ਨਹੀਂ ਗਿਆ, ਇਸ ਦੌੜਦੇ ਹੋਏ ਮਨ ਨੂੰ ਜੋ ਰੋਕ ਨਹੀਂ ਸਕਿਆ, ਉਹ ਕਿੱਥੇ ਜੋਗੀ, ਕਿੱਧਰ ਦਾ ਜੋਗੀ ਹੈ। ਕਹੋ ਨਾਨਕ ਇਹ ਬਿਦ ਕੋ ਜੋ ਨਰ। ਮਹਾਰਾਜ ਜੀ ਕਹਿੰਦੇ ਹਨ ਇਸ ਵਿਧੀ ਨਾਲ ਜੋ ਨਰ, ਕਿ ਜਿਹੜਾ ਨਰ ਦੁੱਖ ਵਿੱਚ ਦੁੱਖ ਨਹੀਂ ਮੰਨਦਾ, ਸੁੱਖ ਦੇ ਵਿੱਚ ਬਹੁਤਾ ਖੁਸ਼ੀ ਨਹੀਂ ਹੁੰਦਾ, ਸੋਨਾ ਲੋਹਾ ਇੱਕ ਸਮਾਨ ਹੈ, ਜੋ ਉਸਤਤ ਨਿੰਦਿਆ ਨਹੀਂ ਕਰਦਾ, ਜਿਹੜਾ ਇਸ ਵਿਧੀ ਦੇ ਨਾਲ ਜੀਂਦਾ ਹੈ। ਮੁਕਤ ਤਾਹੇ ਤੁਮ ਮਾਨੋ। ਮਹਾਰਾਜ ਜੀ ਕਹਿੰਦੇ ਹਨ ਉਹੀ ਮੁਕਤ ਪੁਰਸ਼ ਹੈ, ਉਹੀ ਜੋਗੀ ਹੈ, ਉਸਨੇ ਹੀ ਜੁਗਤ ਪਹਿਚਾਣ ਲਈ ਹੈ। ਜਿਸ ਤਰ੍ਹਾਂ ਹਜੂਰ ਫਰਮਾਉਂਦੇ ਹਨ ਕਿ ਜਿਸ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਗੁਰਦਾਸ ਜੀ ਫਰਮਾਉਂਦੇ ਹਨ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕਿ ਜੋ ਗੁਰਸਿੱਖ ਜੋਗੀ ਹਨ ਇਹ ਸਦਾ ਹੀ ਜਾਗਦੇ ਹਨ ਕਿਉਂਕਿ ਮਾਇਆ ਦੇ ਅੰਦਰ ਉਦਾਸੀ ਕਰਦੇ ਹਨ। ਭਾਵ ਜਿਸ ਤਰ੍ਹਾਂ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਭਗਤ ਕਬੀਰ ਜੀ ਕਹਿੰਦੇ ਹਨ ਕਬੀਰ ਚਤੁਰਾਈ ਅਤ ਘਣੀ, ਹਰ ਜਪ ਹਿਰਦੈ ਮਾਹੇ। ਘਣੇ ਚਤੁਰ ਹੁੰਦੇ ਹਨ ਗੁਰੂ ਕੇ ਸਿੱਖ। ਭਾਵ ਬਾਹਰੋਂ ਤਾਂ ਕਈ ਵਾਰ ਪ੍ਰਤੀਤ ਹੁੰਦਾ ਹੈ ਕਿ ਸਾਡੇ ਨਾਲ ਗੱਲਾਂ ਕਰ ਰਹੇ ਹਨ,
ਪਰ ਆਪਣੇ ਮਨ ਵਿੱਚ ਚਿੱਤ ਦੇ ਵਿੱਚ ਹਜੂਰ ਦੀ ਮੂਰਤ ਵਸੀ ਹੁੰਦੀ ਹੈ। ਗੁਪਤ ਰਸਨਾ ਦੇ ਨਾਲ ਹਰ ਸਮੇਂ ਨਾਮ ਜਪਦੇ ਰਹਿੰਦੇ ਹਨ। ਹਜੂਰ ਕਹਿੰਦੇ ਹਨ ਗੁਰਸਿੱਖ ਜੋਗੀ ਜਾਗਦੇ। ਇਹ ਜੋ ਸਾਡੇ ਗੁਰਸਿੱਖ ਹਨ ਇਹ ਵੱਡੇ ਜੋਗੀ ਹਨ। ਕਲਯੁਗ ਦੇ ਸਮੇਂ ਦੇ ਵਿੱਚ ਇਹ ਸਦਾ ਹੀ ਜਾਗਦੇ ਹਨ। ਕਦੇ ਵੀ ਆਪਣੇ ਨੇਤਰਾਂ ਨੂੰ ਇੱਧਰ ਉੱਧਰ ਨਹੀਂ ਜਾਣ ਦਿੰਦੇ, ਕਦੇ ਵੀ ਕੰਨਾਂ ਦੇ ਨਾਲ ਨਿੰਦਿਆ ਨਹੀਂ ਸੁਣਦੇ। ਵਸਗਤ ਪੰਚ ਕਰੈ ਨਹਿ ਡੋਲੈ, ਇਹਨਾਂ ਨੇ ਪੰਜਾਂ ਨੂੰ ਵਸਗਤ ਕਰ ਲਿਆ ਹੈ ਤੇ ਕਦੇ ਵੀ ਡੋਲਣ ਵਾਲੀ ਸਥਿਤੀ ਨਹੀਂ ਆਉਣ ਦਿੰਦੇ। ਕਦੇ ਵੀ ਸਾਧ ਸੰਗਤ ਜੀ ਗਿਆਨ ਤੋਂ ਭਾਵ ਡਿੱਗਦੇ ਨਹੀਂ ਹਨ, ਸਦਾ ਗਿਆਨ ਰੂੜ ਬਿਰਤੀ ਰਹਿੰਦੀ ਹੈ। ਮਹਾਰਾਜ ਜੀਆਂ ਦਾ ਸ਼ਬਦ ਹਿਰਦੇ ਵਿੱਚ ਵਸਾਈ ਰੱਖਦੇ ਹਨ। ਮਣਾ ਦੇਖ ਹਜੂਰ ਕੀ ਫਰਮਾਉਂਦੇ ਹਨ। ਜਗਤ ਪਿਤਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਅੱਜ ਮੇਰੇ ਗਰੀਬ ਵੱਲ ਇਸ਼ਾਰਾ ਕਰਕੇ ਕਿਹਾ ਸੀ, ਨਹਿ ਉਸਤਤ ਨਹਿ ਨਿੰਦਿਆ ਜਾ ਕੇ। ਮਹਾਰਾਜ ਜੀ ਕਹਿੰਦੇ ਹਨ ਕਿ ਨਾ ਨਿੰਦਿਆ ਕਰਿਆ ਕਰ, ਨਾ ਉਸਤਤ ਕਰਿਆ ਕਰ। ਉਹ ਸਾਧ ਸੰਗਤ ਜੀ ਏਦਾਂ ਸਮਝਦੇ ਹਨ ਮਹਾਰਾਜ ਜੀਆਂ ਨੇ ਸਾਨੂੰ ਹੀ ਕਿਹਾ ਹੈ। ਇਹ ਸਾਧ ਸੰਗਤ ਜੀ ਕਿਹਾ ਵੀ ਸਾਨੂੰ ਹੈ, ਕਿਉਂਕਿ ਹਜੂਰ ਸਾਨੂੰ ਸੰਗਤ ਵਿੱਚ ਲੈ ਕੇ ਆਏ ਹਨ। ਮਹਾਰਾਜ ਜੀ ਕਿਰਪਾ ਕਰਨ, ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਕੰਨੀ ਮੁੰਦਰਾ ਮੰਤਰ ਗੁਰ, ਸੰਤਾਂ ਧੂਰ ਵਿਭੂਤ ਸੋਲਾਸੀ। ਕਿ ਕੰਨਾਂ ਦੇ ਵਿੱਚ ਜੋਗੀ ਗੁਰਸਿੱਖ ਮੁੰਦਰਾਂ ਵੀ ਪਾਉਂਦੇ ਹਨ। ਕਿਹੜੀਆਂ ਮੁੰਦਰਾਂ ਪਾਉਂਦੇ ਹਨ? ਬੜੇ ਹੀ ਪ੍ਰੇਮ ਨਾਲ ਹਜੂਰ ਦੀ ਚੱਲਦੀ ਹੋਈ ਗੁਰਬਾਣੀ ਦੀ ਕਥਾ ਸੁਣਦੇ ਹਨ। ਪਤਾ ਹੀ ਨਹੀਂ ਲੱਗਦਾ ਕਿ ਘੰਟਾ ਕਦੋਂ ਲੰਘ ਗਿਆ ਹੈ। ਇਹ ਕੰਨਾਂ ਦੇ ਵਿੱਚ ਗੁਰਸਿੱਖ ਜੋਗੀਆਂ ਨੇ ਮੁੰਦਰਾ ਪਾਈਆਂ ਨੇ। ਜੇ ਸਾਧ ਸੰਗਤ ਜੀ, ਜੇ ਮੇਰੇ ਵਰਗੇ ਦੀ ਹਾਲਤ, ਸਾਡੀ ਹਾਲਤ ਦੇਖੀ ਜਾਵੇ, 10 ਮਿੰਟ ਬੈਠਿਆਂ ਪਹਿਲਾਂ ਤਾਂ ਇਹ ਮੋਢੇ ਹਿਲਾਈਦੇ ਹਨ, ਉੱਠ ਕੇ ਫਿਰ ਵੇਖੀਦਾ ਹੈ ਕਿ ਕਦੋਂ ਕੁ ਉੱਠ ਕੇ ਜਾਵਾਂ। ਜਦੋਂ ਬਾਬਾ ਹੌਲੀ ਬੋਲੇਗਾ ਉਦੋਂ ਉੱਠ ਕੇ ਤੁਰ ਪਵਾਂਗੇ। ਪਰ ਗੁਰਸਿੱਖ ਨੇ ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਹਨ। ਕਿਹੜੀਆਂ ਪਾਈਆਂ ਨੇ? ਮਹਾਰਾਜ ਜੀ ਕਹਿੰਦੇ ਹਨ ਕੰਨੀ ਮੁੰਦਰਾ ਮੰਤਰ ਗੁਰ। ਵਾਹਿਗੁਰੂ ਦਾ ਜੋ ਮੰਤਰ ਹੈ, ਗੁਰਬਾਣੀ ਦਾ ਕੀਰਤਨ ਚੱਲਦਾ ਹੋਵੇ, ਇੱਕ ਟੱਕ ਉੱਥੇ ਹੀ ਬੈਠ ਜਾਂਦੇ ਹਨ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਮਗਨ ਭਇਓ ਪ੍ਰੇਮ ਸਿਉ ਸੂਧ ਨਾ ਸਿਮਰਤ ਅੰਗ। ਐਸਾ ਪ੍ਰੇਮ ਵਿੱਚ ਮਗਨ ਹੋ ਜਾਂਦੇ ਹਨ, ਅੰਗਾਂ ਪ੍ਰਤੰਗਾਂ ਦੀ ਸੂਝੀ ਨਹੀਂ ਰਹਿੰਦੀ। ਜਿਸ ਤਰ੍ਹਾਂ ਸੰਤਾਂ ਧੂੜ ਵਿਭੂਤ ਸੋਲਾਸੀ। ਮਹਾਰਾਜ ਜੀ ਕਹਿੰਦੇ ਹਨ ਕਿ ਸਾਡੇ ਗੁਰਸਿੱਖ ਜੋਗੀ ਤਨ ਤੇ ਸਵਾਹ ਵੀ ਮਲਦੇ ਹਨ। ਹਜੂਰ ਕਿਹੜੀ ਸਵਾਹ ਮਲਦੇ ਹਨ? ਤਾਂ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਜੋ ਸੰਗਤਾਂ ਦੀ ਚਰਨਾਂ ਦੀ ਧੂੜੀ ਹੁੰਦੀ ਹੈ, ਉਹਨਾਂ ਨੇ ਪਿੰਡੇ ਤੇ ਸਵਾਹ ਮਲੀ ਹੋਈ ਹੈ। ਇਸ ਤੋਂ ਭਾਵ ਸਾਧ ਸੰਗਤ ਜੀ ਸਦਾ ਨਿਮਰਤਾ ਵਿੱਚ ਰਹਿੰਦੇ ਨੇ, ਕਦੇ ਵੀ ਆਪਣੀ ਉਸਤਤੀ ਵਿੱਚ ਨਹੀਂ ਫਸਦੇ, ਕਦੇ ਵੀ ਮਾਣ ਨਹੀਂ ਕਰਦੇ, ਕਦੇ ਵੀ ਗੁਰੂ ਘਰ ਆ ਕੇ ਇਹ ਨਹੀਂ ਜਤਾਉਂਦੇ ਕਿ ਗੁਰੂ ਘਰ ਵਿੱਚ ਮੇਰਾ ਰੋਹਬ ਚੱਲਦਾ ਹੈ, ਜਿੱਥੇ ਮੈਂ ਸੇਵਾ ਕਰਦਾ ਹਾਂ ਇੱਥੇ ਕੋਈ ਹੋਰ ਨਹੀਂ ਕਰ ਸਕਦਾ। ਹੱਥ ਜੋੜ ਕੇ ਹਰੇਕ ਦੇ ਅੱਗੇ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ, ਨਾਲ ਵਾਹਿਗੁਰੂ ਵਾਹਿਗੁਰੂ ਤੇ ਨਾਲ ਨਾਲ ਸੇਵਾ ਕਰਦੇ ਨੇ। ਇਹ ਮਹਾਰਾਜ ਜੀ ਕਹਿੰਦੇ ਹਨ ਆਪਣੇ ਤਨ ਦੇ ਉੱਪਰ ਧੂੜੀ ਮਲੀ ਹੈ, ਕਿਉਂਕਿ ਗੁਰਸਿੱਖ ਜੋਗੀ ਜਾਗਦੇ, ਇਹ ਜਾਗਦੇ ਹਨ। ਬਾਕੀ ਸਾਰਾ ਜੱਗ ਸੁੱਤਾ ਹੋਇਆ ਹੈ ਮੋਹ ਦੇ ਪਿਆਰ ਦੇ ਵਿੱਚ। ਮਹਾਰਾਜ ਜੀ ਕਿਰਪਾ ਕਰਨ, ਹਜੂਰ ਨੇ ਸਾਨੂੰ ਅੱਜ ਜੁੜਨ ਦੀ ਜੁਗਤ ਦੱਸੀ ਹੈ। ਕਿਸ ਤਰ੍ਹਾਂ ਜੁੜੀਦਾ ਹੈ? ਮਹਾਰਾਜ ਜੀ ਪ੍ਰੇਮ ਹੀ ਸਭ ਤੋਂ ਉੱਤਮ ਸਾਧਨ ਦਰਸਾਉਂਦੇ ਹਨ। ਹਜੂਰ ਕਿਰਪਾ ਕਰਨ ਸਾਡੇ ਵੀ ਮਨ ਵਿੱਚ ਪ੍ਰੇਮ ਵਸੇ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਬਾਜਾਂ ਵਾਲੇ ਪਿਤਾ ਜੀ ਲਿਖਦੇ ਹਨ ਕਿ ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਨਾਮ ਲੈਣ ਮਾਤਰ ਸੇ ਹੀ ਘਰ ਦੇ ਵਿੱਚ 9 ਨਿਧੀਆਂ ਧਾ ਕੇ ਆ ਜਾਂਦੀਆਂ ਹਨ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਉਹ 9 ਨਿਧ ਅੰਮ੍ਰਿਤ ਪ੍ਰਭੂ ਦਾ ਨਾਮ ਹੀ ਹੈ। ਆਓ ਸਾਧ ਸੰਗਤ ਜੀ ਸਾਰੇ ਜਪੋ ਤੇਗ ਬਹਾਦਰ ਸਿਮਰੀਐ ਗੁਰ ਤੇਗ ਬਹਾਦਰ ਸਿਮਰੀਐ। 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 ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ,
ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਗੁਰ ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। 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 ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਕਰ ਨੌ ਨਿਧ ਆਵੈ ਤਾਏ, ਕਰ ਨੌ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦਾ ਨਾਮ ਲੈਣ ਮਾਤਰ ਸੇ ਹੀ ਸਾਧ ਸੰਗਤ ਜੀ ਪ੍ਰਭੂ ਦਾ ਨਾਮ ਹਿਰਦੇ ਵਿੱਚ ਆ ਵਸਦਾ ਹੈ। ਜੇ ਹਜੂਰ ਦੀ ਗੁਰਬਾਣੀ ਕਿਤੇ ਹਿਰਦੇ ਵਿੱਚ ਵਸ ਜਾਵੇ ਤਾਂ ਉਸ ਦੇ ਬਾਬਤ ਤਾਂ ਕਿਹਾ ਹੀ ਨਹੀਂ ਜਾ ਸਕਦਾ, ਤਾਂ ਕੀ ਫਲ ਹੋਵੇਗਾ। ਮਹਾਰਾਜ ਜੀ ਕਿਰਪਾ ਕਰਨ, ਅੱਜ ਭਾਰਤ ਵਰਸ਼ ਦੀ ਧਰਤੀ ਤੇ ਹੋਲਾ ਮਹੱਲਾ ਜਿਸ ਤਰ੍ਹਾਂ ਮਹੱਲਾ ਕੱਢਣ ਗਈਆਂ ਮਹਾਰਾਜ ਜੀਆਂ ਦੀਆਂ ਲਾਡਲੀਆਂ ਫੌਜਾਂ, ਆਪ ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈ ਹੋਵੇ। ਹਜੂਰ ਕਿਰਪਾ ਕਰਨ, ਜਿਸ ਤਰ੍ਹਾਂ ਸਾਧ ਸੰਗਤ ਜੀ ਆਪ ਜੀ ਬੜੇ ਹੀ ਪ੍ਰੇਮ ਨਾਲ ਹਜੂਰ ਦੀ ਗੁਰਬਾਣੀ ਦੀ ਕਥਾ ਸ਼ਰਵਣ ਕਰਦੇ ਹੋ। ਮਹਾਰਾਜ ਜੀ ਕਿਰਪਾ ਕਰਨ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਚੰਚਲ ਮਨ ਦਹਿ ਦਿਸ ਕੋ ਧਾਵਤ, ਅਚਲ ਜਾਹਿ ਠਹਿਰਾਨੋ। ਕਹੋ ਨਾਨਕ ਇਹ ਬਿਦ ਕੋ ਜੋ ਨਰ, ਮੁਕਤ ਤਾਹਿ ਤੁਮ ਮਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਤੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਬੜੇ ਪਿਆਰ ਦੇ ਸਹਿਤ ਗੁਰੂ ਕੀ